ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1369 ਤੇ 91 ਨੰਬਰ ਤੋਂ ਬਾਅਦ ਹੈ। ਕਬੀਰ ਦੇਖ ਦੇਖ ਜਗ ਢੂੰਡਿਆ, ਕਹੂੰ ਨ ਪਾਇਆ ਠੌਰ। ਜਿਨ ਹਰ ਕਾ ਨਾਮ ਨ ਚੇਤਿਓ, ਕਹਾਂ ਭੁਲਾਨੇ ਔਰ। ਕਬੀਰ ਸਾਹਿਬ ਕਹਿੰਦੇ ਮੈਂ ਸਾਰੇ ਸੰਸਾਰ 'ਚ ਦੇਖਿਆ, ਸਾਰੇ ਸੰਸਾਰ 'ਚ ਢੂੰਡਿਆ, ਕਹੂੰ ਨਾ ਪਾਇਆ ਠੌਰ। ਠੌਰ ਹੁੰਦਾ ਟਿਕਾਣਾ। ਕਹੂੰ ਮੈਨੇ ਕਿਤੇ ਵੀ, ਮੈਨੂੰ ਕਿਤੇ ਵੀ ਸ਼ਾਂਤੀ ਦਾ ਟਿਕਾਣਾ ਨਹੀਂ ਮਿਲਿਆ, ਜਿੱਥੇ ਸ਼ਾਂਤੀ ਮਿਲੇ। ਕਿਉਂ ਗਿਆਨ ਹੋ ਗਿਆ, ਨਾਮ ਤੋਂ ਬਿਨਾਂ ਸ਼ਾਂਤੀ ਨਹੀਂ ਹੈ। ਮਾਇਆ ਨਾਲ ਸਰੀਰਕ ਸੁੱਖ ਤੇ ਮਿਲਦੇ ਨੇ, ਮਾਨਸਿਕ ਸੁੱਖ ਨਹੀਂ ਮਿਲਦਾ। ਇਹ 'ਚ ਕੋਈ ਸ਼ੱਕ ਨਹੀਂ। ਤੁਸੀਂ ਅਮੀਰ ਹੋ, ਤੁਹਾਡੀ ਸਾਰੀਆਂ ਲੋੜਾਂ ਪੂਰੀਆਂ ਹੋਣਗੀਆਂ, ਸਾਰੇ ਸਰੀਰਕ ਸੁੱਖ ਤੁਹਾਨੂੰ ਮਿਲਣਗੇ। ਪਰ ਇਹ ਨਹੀਂ ਕਿ ਜਿਹੜਾ ਅਮੀਰ ਹੈ ਉਹਦਾ ਮਨ ਵੀ ਖੁਸ਼ ਹੋਵੇ, ਐਸਾ ਨਹੀਂ ਹੁੰਦਾ। ਕਿਉਂਕਿ ਪੰਚਮ ਪਾਤਸ਼ਾਹ ਨਿਰਣੈ, ਸੁਖ ਨਾਹੀਂ ਬਹੁਤਾ ਧਨ ਖਾਟੇ, ਸੁਖ ਨਾਹੀਂ ਪੇਖੇ ਨ੍ਰਿਤ ਨਾਟੇ, ਸੁਖ ਨਾਹੀਂ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਸੁਖ ਨਾਹੀਂ ਬਹੁਤੇ ਧਨ ਖਾਟੇ। ਬਹੁਤਾ ਧਨ ਕਮਾ ਕੇ ਵੀ ਸੁਖ ਨਹੀਂ ਹੈ। ਸੁਖ ਨਾਹੀਂ ਪੇਖੇ ਨ੍ਰਿਤ ਨਾਟੇ। ਡਾਂਸ ਵੇਖਣਾ, ਨਾਚ ਵੇਖਣਾ, ਡਰਾਮੇ ਵੇਖਣਾ, ਫਿਲਮਾਂ ਵੇਖਣੀਆਂ, ਇਹ 'ਚ ਸੁਖ ਨਹੀਂ ਹੈ। ਸੁਖ ਨਾਹੀਂ ਬਹੁ ਦੇਸ ਕਮਾਏ। ਕੋਈ ਕਹਿੰਦਾ ਆਸਟ੍ਰੇਲੀਆ 'ਚ ਸੁੱਖ ਹੈ, ਕੋਈ ਕਹੇਗਾ ਨਹੀਂ ਕਨੇਡਾ 'ਚ ਹੈ, ਕੋਈ ਕਹੇਗਾ ਅਮਰੀਕਾ 'ਚ ਹੈ ਜੀ, ਕੋਈ ਕਹੇ ਨਿਊਜ਼ੀਲੈਂਡ 'ਚ ਹੈ ਜੀ। ਇਸ ਤਰ੍ਹਾਂ ਵੀ ਸੁੱਖ ਨਹੀਂ। ਫਿਰ ਉਹ ਨਿਰਣਾ ਕਰਦੇ ਨੇ, ਸਰਬ ਸੁਖਾ ਹਰ ਹਰ ਗੁਣ ਗਾਏ। ਸਾਰੇ ਸੁੱਖ ਪਰਮਾਤਮਾ ਦੇ ਗੁਣ ਗਾਉਣ ਵਿੱਚ ਹਨ, ਉਹਦਾ ਨਾਮ ਜਪਣ ਵਿੱਚ ਹਨ। ਤਾਂ ਹੀ ਪੰਜ ਪਾਏ, ਸੁਖ ਨਾਹੀਂ ਰੇ ਹਰ ਭਗਤ ਬਿਨਾ। ਮਨ ਦਾ ਸੁੱਖ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਨਹੀਂ ਹੈ। ਠੀਕ ਹੈ, ਸਰੀਰਕ ਸੁੱਖ ਮਾਇਆ ਨਾਲ ਮਿਲਦੇ ਨੇ। ਜੇ ਮਾਇਆ ਨਹੀਂ, ਫਿਰ ਸਰੀਰਕ ਸੁੱਖ ਨਹੀਂ ਮਿਲਦਾ। ਮਾਇਆ ਨਾਲ ਸਰੀਰਕ ਸੁੱਖ ਮਿਲਦਾ, ਇਹ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਵਾਂ ਨਹੀਂ। ਪਰ ਨਾ ਗਿਆਨ ਹੋਣ ਕਰਕੇ ਮਨੁੱਖ ਸੋਚਦਾ ਵੀ ਮਾਇਆ ਨਾਲ ਮੇਰਾ ਮਨ ਵੀ ਸੁਖੀ ਹੋਵੇਗਾ। ਬਸ ਇਹ ਵੱਡਾ ਭੁਲੇਖਾ ਹੈ। ਇਸ ਕਾਰਨ ਸਾਰੀ ਦੁਨੀਆ ਮਾਇਆ ਦੇ ਮਗਰ ਲੱਗੀ ਹੋਈ ਹੈ, ਪਰ ਮਨ ਕਰਕੇ ਉਹ ਦੁਖੀ ਨੇ। ਕਿਉਂਕਿ ਮਾਇਆ ਨਾਲ ਮਾਨਸਿਕ ਸੁੱਖ ਨਹੀਂ ਮਿਲਦਾ, ਉਹ ਨਾਮ ਜਪਣ ਨਾਲ ਮਿਲਦਾ ਹੈ। ਇਸ ਲਈ ਅਸਲ ਸੁਖੀ ਬੰਦਾ ਕੌਣ ਹੈ? ਜਿਹਦੇ ਕੋਲ ਮਾਇਆ ਵੀ ਹੈ ਅਤੇ ਜਿਹਦੇ ਕੋਲ ਪਰਮਾਤਮਾ ਦਾ ਨਾਮ ਵੀ ਹੈ। ਹੁਣ ਗੁਰੂ ਨਾਨਕ ਦੇ ਦੋ ਗੱਲਾਂ 'ਤੇ ਕਿਉਂ ਜ਼ੋਰ ਦਿੱਤਾ? ਵੀ ਕਿਰਤ ਕਰੋ, ਨਾਮ ਜਪੋ। ਇਸ ਲਈ ਕਿਹਾ ਵੀ ਸਿੱਖ ਕਿਰਤ ਕਰੇਗਾ, ਇਹਦੇ ਕੋਲ ਪੈਸਾ ਹੋਏਗਾ। ਪੈਸਾ ਹੋਏਗਾ, ਇਹਦਾ ਜੀਵਨ ਸੁਖੀ ਹੋ ਜਾਏਗਾ। ਨਾਮ ਜਪੇਗਾ, ਇੱਕ ਤਾਂ ਇਹਦਾ ਮਨ ਸੁਖੀ ਹੋਵੇਗਾ, ਇੱਕ ਇਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਉਹਨਾਂ ਕਿਹਾ ਭਾਈ ਕਿਰਤ ਕਰੋ, ਨਾਮ ਜਪੋ। ਉਹਨੇ ਕਿਹਾ ਵੰਡ ਕੇ ਛਕੋ। ਵੀ ਬਹੁਤ ਸਾਰੀ ਲੋੜਵੰਦ ਦੁਨੀਆ ਹੁੰਦੀ ਹੈ, ਜਿੰਨੀ ਕਿ ਤੁਸੀਂ ਸਹਾਇਤਾ ਕਰ ਸਕਦੇ ਹੋ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਸਹਾਇਤਾ ਕਰੋ। ਸੋ ਕਹਿੰਦੇ ਮੈਂ ਢੂੰਡਦਾ ਰਿਹਾ ਕੋਈ ਐਸੀ ਥਾਂ ਮਿਲੇ ਜਿੱਥੇ ਮਾਨਸਿਕ ਸੁੱਖ ਮਿਲੇ ਮੈਨੂੰ।
ਕਿਤੇ ਕਿਤੇ ਮੈਨੂੰ ਥਾਂ ਨਹੀਂ ਮਿਲੀ। ਜਿਨ ਹਰ ਕਾ ਨਾਮ ਨਾ ਚੇਤਿਓ ਕਹਾਂ ਭੁਲਾਣੇ ਔਰ। ਜਿਨ੍ਹਾਂ ਨੇ ਹਰੀ ਦਾ ਨਾਮ ਹੀ ਨਹੀਂ ਯਾਦ ਕੀਤਾ ਉਹ ਪਤਾ ਨਹੀਂ ਕਿੱਥੇ ਭੁੱਲੇ ਫਿਰਦੇ ਨੇ, ਉਹ ਪਤਾ ਨਹੀਂ ਕਿੱਥੇ ਭੁੱਲੇ ਫਿਰਦੇ ਨੇ। ਉਹਨਾਂ ਦਾ ਖਿਆਲ ਹੈ ਮਾਇਆ 'ਚ ਸੁੱਖ ਹੁੰਦਾ ਹੈ, ਨਹੀਂ, ਪਰਮਾਤਮਾ ਦੇ ਨਾਮ 'ਚ ਸੁੱਖ ਹੈ। ਕਹਿੰਦੇ ਸਾਰਾ ਜੱਗ ਮੈਂ ਢੂੰਡ ਕੇ ਦੇਖਿਆ, ਮੈਂ ਇਸ ਨਤੀਜੇ 'ਤੇ ਪਹੁੰਚਿਆ ਕਿ ਜਿਹੜੀ ਮਨ ਦੀ ਸ਼ਾਂਤੀ ਹੈ, ਜੋ ਮਨ ਦਾ ਸੁੱਖ ਹੈ, ਉਹ ਪਰਮਾਤਮਾ ਦੇ ਨਾਮ ਵਿੱਚ ਹੈ। ਅਤੇ ਜਿਹੜੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹ ਤਾਂ ਭੁੱਲੇ ਹੋਏ ਹਨ, ਉਹ ਤਾਂ ਭੁੱਲੇ ਹੋਏ ਨੇ, ਉਹ ਭੁਲੇਖੇ 'ਚ ਨੇ ਕਿ ਸ਼ਾਇਦ ਸਾਨੂੰ ਮਾਇਆ ਨਾਲ ਸੁੱਖ ਮਿਲੇਗਾ। ਮਾਇਆ ਦਾ ਸੁੱਖ ਅਧੂਰਾ ਹੈ। ਉਹ ਅਸੀਂ ਸਿਰਫ ਸਰੀਰ ਨਹੀਂ, ਅਸੀਂ ਮਨ ਵੀ ਹਾਂ, ਅਸੀਂ ਮਨ ਵੀ ਹਾਂ। ਹੁਣ ਦੇਖੋ ਕਈ ਵਾਰੀ ਪੈਸਾ ਕੋਲ ਹੈ ਪਰ ਲੋਕਾਂ ਨੂੰ ਡਿਪਰੈਸ਼ਨ ਹੋ ਜਾਂਦਾ ਹੈ। ਪੈਸੇ ਦੀ ਕੋਈ ਕਮੀ ਨਹੀਂ, ਘਰ ਵੀ ਹੈ, ਕੋਲ ਕਾਰਾਂ ਵੀ ਨੇ, ਪੈਸਾ ਵੀ ਹੈ, ਫਿਰ ਵੀ ਡਿਪਰੈਸ਼ਨ ਹੋ ਗਿਆ। ਕਿਉਂ? ਮਨ ਕਿਸੇ ਕਾਰਨ ਦੁਖੀ ਹੈ। ਮਨ ਦੁਖੀ ਹੈ, ਫਿਰ ਮਨ ਸੋਚਦਾ ਉਹਨੂੰ ਨਾ ਇਸ ਦੁੱਖ ਦੇ ਵਿੱਚੋਂ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਲੱਭ ਰਿਹਾ। ਫਿਰ ਉਹ ਮਨ ਹੌਸਲਾ ਛੱਡ ਦਿੰਦਾ ਹੈ। ਜਦੋਂ ਮਨ ਹੌਸਲਾ ਛੱਡਦਾ ਹੈ ਬੰਦਾ ਡਿਪਰੈਸ਼ਨ 'ਚ ਚਲਾ ਜਾਂਦਾ, ਜਿਹਨੂੰ ਡਿਪਰੈਸ਼ਨ ਹੋ ਗਿਆ। ਅਸੀਂ ਕੀ ਕਰਦੇ ਹਾਂ? ਆਉਂਦੇ ਮੇਰੇ ਕੋਲ ਡਿਪਰੈਸ਼ਨ ਵਾਲੇ, ਮੈਨੂੰ ਪਤਾ ਹੈ ਕਿ ਇਹਦਾ ਮਨ ਕਮਜ਼ੋਰ ਹੋ ਗਿਆ ਹੈ। ਫਿਰ ਅਸੀਂ ਉਹਨੂੰ ਪਾਠ ਦਿੰਦੇ ਹਾਂ ਵੀ ਤੂੰ ਆ ਪਾਠ ਕਰ। ਕਈ ਵਾਰੀ ਅਗਲੇ ਦਾ ਪਾਠ ਕਰਨ ਨੂੰ ਵੀ ਜੀਅ ਨਹੀਂ ਕਰਦਾ, ਇੰਨਾ ਮਨ ਉਹਦਾ ਹੋ ਗਿਆ ਹੈ ਸੰਸਾਰ ਤੋਂ ਉਚਾਟ। ਫਿਰ ਘਰ ਦੇ ਜੀਆਂ ਨੂੰ ਕਹੀਦਾ ਤੁਸੀਂ ਆ ਪਾਠ ਕਰਕੇ ਇਹਨੂੰ ਜਲ ਪਿਲਾਓ। ਪਾਠ ਜਲ ਵੱਲ ਮੂੰਹ ਕਰਕੇ ਕਰਨਾ। ਪਾਠ ਪਾਣੀ 'ਚ ਚਲਿਆ ਜਾਏਗਾ, ਪਾਣੀ ਦਾ ਸੁਭਾਅ ਬਦਲੇਗਾ, ਇਹ ਪਾਣੀ ਪੀਏਗਾ, ਇਹਦਾ ਵੀ ਅੱਗੋਂ ਫਿਰ ਸੁਭਾਅ ਬਦਲੇਗਾ। ਨਾਲ ਉਹ ਦਵਾਈ ਦਿਲਾਉਂਦੇ, ਭਾਈ ਦਵਾਈ ਲਓ ਤਾਂ ਜੋ ਛੇਤੀ ਹੋਵੇ। ਫਿਰ ਹੌਲੀ 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 ਠੀਕ ਹੋ ਜਾਏ ਬੰਦਾ। ਸੋ ਕਹਿੰਦੇ ਮੈਂ ਸਾਰਾ ਸੰਸਾਰ ਢੂੰਡ ਕੇ ਦੇਖਿਆ, ਮੈਨੂੰ ਸ਼ਾਂਤੀ ਵਾਲੀ ਕੋਈ ਥਾਂ ਨਹੀਂ ਲੱਭੀ। ਫਿਰ ਜਦ ਪਤਾ ਲੱਗਿਆ ਵੀ ਪਰਮਾਤਮਾ ਦੇ ਨਾਮ 'ਚ ਸ਼ਾਂਤੀ ਹੈ, ਅਤੇ ਫਿਰ ਉਹ ਕਹਿੰਦੇ ਜਿਹਨੇ ਹਰੀ ਦਾ ਨਾਮ ਨਹੀਂ ਨਾ ਜਪਿਆ ਉਹ ਤਾਂ ਬਹੁਤ ਭੁੱਲੇ ਹੋਏ ਲੋਕ ਨੇ। ਉਹ ਪਤਾ ਨਹੀਂ ਕਾਹਦੇ 'ਚ ਭੁੱਲੇ ਹੋਏ ਨੇ ਵੀ ਉਹ ਕਿਉਂ ਨਹੀਂ ਨਾਮ ਜਪਦੇ। ਕਿਸੇ ਭੁਲੇਖੇ 'ਚ ਨੇ। ਭੁਲੇਖਾ ਸਭ ਤੋਂ ਵੱਡਾ ਸੰਸਾਰ 'ਚ ਆਹੀ ਹੈ ਕਿ ਪੈਸੇ ਦਾ ਸੁੱਖ ਮਿਲੇਗਾ। ਇਸ ਲਈ ਸਾਰੀ ਦੁਨੀਆ ਮਾਇਆ ਮਗਰ ਲੱਗੀ ਹੋਈ ਹੈ। ਨਾਲੇ ਹਰ ਇੱਕ ਨੂੰ ਇਹ ਪਤਾ ਹੈ ਕਿ ਕਫਨ ਜਿਹੜਾ ਪਾਉਂਦੇ ਮੁਰਦੇ ਦੇ ਉੱਤੇ, ਉਹਨੂੰ ਜੇਬ ਨਹੀਂ ਹੁੰਦੀ। ਆਪਣੇ ਜੇਬਾਂ ਲੱਗੀਆਂ ਕਿ ਨਹੀਂ? ਪੈਂਟ ਨੂੰ ਵੀ ਜੇਬਾਂ ਲੱਗੀ, ਜਿਹੜੇ ਪੈਂਟ ਪਾਏ ਹੋਏ ਨੇ, ਕਮੀਜ਼ ਨੂੰ ਵੀ ਜੇਬਾਂ ਲੱਗੀਆਂ ਹੋਈਆਂ। ਪਰ ਮੁਰਦੇ ਦੇ ਉੱਤੇ ਜਿਹੜੇ ਮਰਨ ਵਾਲੇ ਕੱਪੜੇ ਪਾਏ, ਜਿਹਨੂੰ ਕਫਨ ਕਹਿੰਦੇ ਨੇ, ਉਹਨੂੰ ਕੋਈ ਜੇਬ ਨਹੀਂ ਹੁੰਦੀ। ਭਾਵ ਤੂੰ ਕੁਛ ਵੀ ਨਹੀਂ ਇੱਥੋਂ ਲੈ ਕੇ ਜਾਣਾ। ਪਤਾ ਸਾਰਿਆਂ ਨੂੰ, ਪਰ ਨਹੀਂ। ਜਿੱਥੋਂ ਤੱਕ ਕਿਸੇ ਦਾ ਵਾਹ ਚੱਲਦਾ ਹੈ, ਠੱਗੀ ਠੋਰੀ ਹੇਰਾ ਫੇਰੀ ਉਹ ਵੀ ਨਾਲ ਵਰਤਦਾ ਹੈ ਵੀ ਵੱਧ ਤੋਂ ਵੱਧ ਧਨ ਕਮਾਇਆ ਜਾ ਸਕੇ। ਸਿੱਖ ਧਰਮ ਦੇ ਵਿੱਚ ਹੈ ਵੀ ਧਨ ਕਮਾਓ, ਬੜੀ ਖੁਸ਼ੀ ਨਾਲ ਕਮਾਓ। 10 ਨੌਂ ਦੀ ਕੀਰਤਨ ਤੁਸੀਂ ਕਰੋੜਾਪਤੀ ਹੋ ਜਾਓ ਭਾਵੇਂ, ਮਨਜ਼ੂਰ ਹੈ। ਪਰ ਹਰਾਮ ਦੀ ਕਮਾਈ ਗੁਰੂ ਨਾਨਕ ਦੇ ਘਰ 'ਚ ਮਨਜ਼ੂਰ ਨਹੀਂ ਹੈ। ਨਾ ਪਰਮਾਤਮਾ ਨੂੰ ਮਨਜ਼ੂਰ ਹੈ, ਨਾ ਗੁਰੂ ਨਾਨਕ ਨੂੰ ਮਨਜ਼ੂਰ ਹੈ। ਕਿਉਂਕਿ ਜਿਹੜੀ ਗੱਲ ਪਰਮਾਤਮਾ ਨੂੰ ਮਨਜ਼ੂਰ ਨਹੀਂ, ਉਹੀ ਗੁਰੂ ਨਾਨਕ ਦੇਵ ਨੂੰ ਮਨਜ਼ੂਰ ਨਹੀਂ। ਅਤੇ ਜਿਹੜੀ ਗੱਲ ਗੁਰੂ ਨਾਨਕ ਦੇਵ ਜੀ ਨੂੰ ਮਨਜ਼ੂਰ ਹੈ, ਉਹ ਪਰਮਾਤਮਾ ਨੂੰ ਵੀ ਮਨਜ਼ੂਰ ਹੈ। ਇਸ ਲਈ ਸਿੱਖ ਨੇ 10 ਨੌਂ ਦੀ ਕਿਰਤ ਕਰਨੀ ਹੈ, ਨਾਲ ਨਾਮ ਜਪਣਾ।
ਤਾਂ ਜੋ ਸਰੀਰਕ ਅਤੇ ਮਾਨਸਿਕ ਤੌਰ 'ਤੇ ਉਹ ਸੁਖੀ ਹੋ ਜਾਵੇ। ਜਦੋਂ ਅਸੀਂ ਸਰੀਰਕ ਤੌਰ 'ਤੇ ਮਾਨਸਿਕ ਤੌਰ 'ਤੇ ਸੁਖੀ ਹਾਂ, ਅਸਲ 'ਚ ਸੁਖੀ ਅਸੀਂ ਉਦੋਂ ਹੀ ਹਾਂ, ਉਦੋਂ ਸੁਖੀ। ਫਿਰ ਅੱਗੇ ਕਹਿੰਦੇ, ਕਬੀਰ ਸੰਗਤ ਕਰੀਐ ਸਾਧ ਕੀ, ਅੰਤ ਕਰੈ ਨਿਰਭਾ। ਇਹਨੂੰ ਨਿਰਵਾਹੋ ਨਹੀਂ ਪੜ੍ਹਨਾ। ਤੁਸੀਂ ਕਹੋ ਜੀ ਹਾਹੇ ਨੂੰ ਔਂਕੜ ਲੱਗਾ ਹੋਇਆ। ਨਿਰਵਾਹ ਨਾਮ ਹੈ। ਜਿੰਨੇ ਨਾਮ ਹੁੰਦੇ, ਜਿਹਨੂੰ ਇੰਗਲਿਸ਼ ਨਾਊਨ ਕਹਿੰਦੇ ਨੇ, ਉਹ ਹਾਹੇ ਨੂੰ ਔਂਕੜ ਨਹੀਂ ਬੋਲਿਆ ਜਾਂਦਾ। ਉਹ ਸਿਰਫ ਇਹ ਦੱਸ ਰਿਹਾ ਕਿ ਜਿਹੜਾ ਨਿਰਵਾਹ ਸ਼ਬਦ ਹੈ ਇਹ ਇੱਕ ਵਚਨ ਹੈ ਅਤੇ ਪੁਲਿੰਗ ਹੈ, ਇਸ ਕਰਕੇ ਦੇ ਔਂਕੜ ਲੱਗਾ ਹੋਇਆ। ਇਹ ਬੋਲਣ ਲਈ ਨਹੀਂ ਹੈ। ਹਾਂ, ਜਿਹੜੀਆਂ ਕਿਰਿਆਵਾਂ ਹੁੰਦੀਆਂ ਹਨ ਉਹ ਹਾਹੇ ਦੇ ਹੇਠਾਂ ਲੱਗਾ ਹੋਇਆ ਔਂਕੜ ਬੋਲਦਾ ਹੈ। ਜਿਵੇਂ ਕਰੋ, ਕੱਕਾ ਰਾਰਾ ਹਾਹੇ ਨੂੰ ਔਂਕੜ, ਕਰੋ ਕਿਰਿਆ ਨਾ। ਜਿੰਨੀਆਂ ਕਿਰਿਆਵਾਂ ਨੇ ਉਹ ਹਾਹੇ ਨੂੰ ਲੱਗਿਆ ਹੋਇਆ ਔਂਕੜ ਬੋਲਦਾ, ਬਾਕੀ ਨਹੀਂ ਬੋਲਦਾ। ਇਸ ਲਈ ਨਿਰਵਾਹੋ ਨਹੀਂ ਪੜ੍ਹਨਾ। ਅਸਲ ਸ਼ਬਦ ਹੈ ਨਿਰਵਾਹ। ਜਿਵੇਂ ਅਸਲ ਸ਼ਬਦ ਹੈ ਰਾਹ, ਪਰ ਕਈ ਪਾਠੀ ਨੂੰ ਰਾਹੋ ਪੜ੍ਹਦੇ ਨੇ। ਸ਼ਬਦ ਹੈ ਬੇਪਰਵਾਹ, ਬਹੁਤ ਸਾਰੇ ਪਾਠੀ ਨੂੰ ਬੇਪਰਵਾਹੋ ਪੜ੍ਹਦੇ ਨੇ। ਸ਼ਬਦ ਹੈ ਵਿਸਾਹ, ਬਹੁਤੇ ਉਹਨੂੰ ਵਿਸਾਹੋ ਪੜ੍ਹਦੇ ਨੇ। ਕਿਉਂਕਿ ਜਦੋਂ ਵਿਆਕਰਨ ਦਾ ਗਿਆਨ ਨਹੀਂ ਹੋਵੇਗਾ ਤਾਂ ਫਿਰ ਇਸੇ ਤਰ੍ਹਾਂ ਪੜ੍ਹਿਆ ਜਾਏਗਾ। ਜਦੋਂ ਵਿਆਕਰਨ ਦਾ ਗਿਆਨ ਹੋ ਜਾਏਗਾ ਕਿ ਭਾਈ ਗੁਰਦਾਸ ਜੀ ਨੇ ਇੱਕ ਇੱਕ ਸ਼ਬਦ ਜਿਹੜਾ ਹੈ ਵਿਆਕਰਨ ਅਨੁਸਾਰ ਲਿਖਿਆ ਹੋਇਆ, ਫਿਰ ਬੰਦੇ ਦਾ ਪਾਠ ਠੀਕ ਹੋ ਜਾਏਗਾ। ਕਬੀਰ ਸੰਗਤ ਕਰੀਐ ਸਾਧ ਕੀ, ਅੰਤ ਕਰੈ ਨਿਰਭੈ। ਸਾਕਤ ਸੰਗ ਨਾ ਕੀਜੀਏ, ਜਾਤੇ ਹੋਏ ਬਿਨਾ। ਇਹਨੂੰ ਬਿਨਾ ਹੋ ਨਹੀਂ ਪੜ੍ਹਨਾ। ਬਿਨਾ ਹੁੰਦੀ ਬਰਬਾਦੀ, ਨਿਰਵਾਹ ਹੁੰਦਾ ਨਿਭ ਜਾਣਾ ਤੁਰ ਤੱਕ। ਹਾਲਾਂਕਿ ਉਹਦਾ ਚੰਗਾ ਭਾਈ ਘਰ ਵਾਲੇ ਚੰਗਾ ਨਿਰਵਾਹ ਹੋ ਰਿਹਾ ਹੈ, ਵੀ ਚੰਗੀ ਨਿਭ ਰਹੀ ਆਪਸ 'ਚ। ਕਬੀਰ ਸੰਗਤ ਕਰੀਏ ਸਾਧ ਕੀ, ਸਾਧੂ ਦੀ ਭਾਵ ਗੁਰੂ ਦੀ ਸੰਗਤ ਕਰਨੀ ਚਾਹੀਦੀ ਹੈ। ਅੰਤ ਕਰੈ ਨਿਰਵਾਹ, ਕਿਉਂਕਿ ਗੁਰੂ ਦੀ ਸੰਗਤ ਅੰਤ ਤੱਕ ਸਾਥ ਨਿਭਾਉਂਦੀ ਹੈ। ਗੁਰੂ ਦੀ ਸੰਗਤ ਮਰਨ ਤੱਕ, ਇੱਥੋਂ ਕਿ ਮਰਨ ਤੋਂ ਬਾਅਦ ਵੀ ਗੁਰੂ ਮਹਾਰਾਜ ਆਪਣੇ ਸਿੱਖ ਦੀ ਸਹਾਇਤਾ ਕਰਦੇ ਨੇ। ਜੇ ਇਨਸਾਨ ਦੀ ਸੰਗਤ ਕਰੋਗੇ, ਉਹ ਵੱਧ ਤੋਂ ਵੱਧ ਤੁਹਾਡੇ ਮਰਨ ਤੱਕ ਤੁਹਾਡੀ ਸਹਾਇਤਾ ਕਰ ਸਕਦਾ, ਅੱਗੇ ਨਹੀਂ ਕਰ ਸਕਦਾ। ਜਦੋਂ ਜੰਮ ਲੈ ਕੇ ਜਾਂਦੇ ਨੇ, ਫਿਰ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਕੋਈ ਤੁਹਾਡੀ ਸਹਾਇਤਾ ਨਹੀਂ ਕਰ ਸਕਦਾ। ਉਹ ਤਾਂ ਉਹਨਾਂ ਚਿਰ ਹੀ ਸਨ ਜਿੰਨਾ ਚਿਰ ਤੁਸੀਂ ਜਿਉਂਦੇ ਹੋ। ਪਰ ਜਿਹੜਾ ਗੁਰੂ ਹੈ ਇਹ ਧੁਰ ਨਾਲ ਜਾਂਦੇ ਨੇ ਅਤੇ ਜਮਾਂ ਤੋਂ ਛੁਡਾ ਲੈਂਦੇ ਨੇ ਆਪਣੇ ਸਿੱਖ ਨੂੰ। ਇਸ ਲਈ ਕਹਿੰਦੇ ਕਬੀਰ ਸੰਗਤ ਕਰੀਏ ਸਾਧ ਕੀ, ਗੁਰੂ ਦੀ ਸੰਗਤ ਕਰੋ। ਨਾਮ ਜਪਣ ਵਾਲੇ ਕਿਸੇ ਪਹੁੰਚੇ ਮਹਾਤਮਾ ਦੀ ਸੰਗਤ ਕਰੋ। ਅੰਤ ਕਰੈ ਨਿਰਵਾਹ, ਉਹ ਅੰਤ ਤੱਕ ਤੁਹਾਡੇ ਨਾਲ ਨਿਭੇਗਾ। ਸਾਕਤ ਸੰਗ ਨਾ ਕੀਜੀਏ। ਸਾਕਤ ਹੁੰਦਾ ਨਾਸਤਕ, ਮਾਇਆਧਾਰੀ। ਜਿਹੜਾ ਬੰਦਾ ਰੱਬ ਨਾਲ ਟੁੱਟਿਆ ਹੋਇਆ ਹੈ ਉਹਨੂੰ ਕਹਿੰਦੇ ਸਾਕਤ। ਨਾਸਤਕਾਂ ਦੀ ਸੰਗਤ ਨਹੀਂ ਕਰਨੀ। ਜਾ ਤੇ ਹੋਏ ਬਿਨਾ, ਇਹਨਾਂ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰ ਦੇਣਾ। ਆਸਤਕ ਬੰਦਾ ਨਸ਼ੇ ਨਹੀਂ ਕਰਦਾ, ਨਾਸਤਕ ਸਾਰੇ ਹੀ ਕਰਦੇ। ਨਾਸਤਕਾਂ ਦੀ ਸੰਗਤ ਕਰੋ, ਤੁਹਾਨੂੰ ਭਜਨ ਬੰਦਗੀ ਤੋਂ ਹਟਾ ਦੇਣਗੇ ਅਤੇ ਮਾੜੇ ਕੰਮ ਵਾਲੇ ਪਾਸੇ ਲਾ ਦੇਣਗੇ। ਜੇ ਗੁਰੂ ਦੀ ਸੰਗਤ ਕਰੋਗੇ, ਮਾੜੇ ਪਾਸੇ ਹਟਾ ਕੇ ਚੰਗੇ ਪਾਸੇ ਲਾਵੇਗਾ। ਇਸ ਲਈ ਕਹਿੰਦੇ ਨਾਸਤਕਾਂ ਦੀ ਸੰਗਤ ਨਹੀਂ ਕਰਨੀ। ਜਾ ਤੇ ਜਿਨ੍ਹਾਂ ਤੋਂ ਹੋਏ ਬਿਨਾ ਨਾਸ ਹੁੰਦਾ ਹੈ, ਜਿਨ੍ਹਾਂ ਨਾਲ ਜ਼ਿੰਦਗੀ ਨਾਸ ਹੋ ਜਾਂਦੀ ਹੈ। ਇਸੇ ਨਾਸਤਕਾਂ ਦੀ ਸੰਗਤ ਨਹੀਂ ਕਰਨੀ। ਸੰਗਤ ਸਾਧ ਦੀ ਭਾਵ ਗੁਰੂ ਦੀ ਕਰ ਰਹੀ। ਆਪਾਂ ਗੁਰੂ ਮਹਾਰਾਜ ਦੀ ਇਸ ਵੇਲੇ ਸੰਗਤ ਕਰ ਰਹੇ ਹਾਂ। ਗੁਰੂ ਮਹਾਰਾਜ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ। ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ
ਚਾਹੇ ਤੁਸੀਂ TV ਤੇ ਵੇਖ ਰਹੇ ਹੋ, ਮੋਬਾਈਲ ਤੋਂ ਦੇਖ ਰਹੇ ਹੋ, ਗੁਰੂ ਗ੍ਰੰਥ ਸਾਹਿਬ ਤੇ ਦੇਸੀ ਰਹਿਣਾ ਤੁਹਾਨੂੰ, ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਹੋ। ਫਿਰ ਗੁਰੂ ਮਹਾਰਾਜ ਦੀ ਹੀ ਗੱਲ ਚੱਲ ਰਹੀ ਹੈ, ਆਪਾਂ ਗੁਰੂ ਦੀ ਸੰਗਤ ਕਰ ਰਹੇ ਹਾਂ, ਸਿੱਖਿਆ ਮਿਲ ਰਹੀ ਹੈ ਨਾ। ਰੋਜ਼ ਰੋਜ਼ ਸਿੱਖਿਆ ਸੁਣਦਿਆਂ ਸੁਣਦਿਆਂ ਕਦੇ ਨਾ ਕਦੇ ਉਹਦਾ ਅਸਰ ਹੋ ਜਾਂਦਾ ਹੈ ਅਤੇ ਬੰਦੇ ਸੁਧਾਰ ਹੋ ਜਾਂਦੇ। ਰੋਜ਼ ਰੋਜ਼ ਤੁਸੀਂ ਮਾੜੀ ਗੱਲ ਸੁਣੋਗੇ, ਉਹ ਮਾੜੀ ਗੱਲ ਦਾ ਅਸਰ ਹੋ ਜਾਏਗਾ। ਮਨ ਨੂੰ ਤੁਸੀਂ ਵਾਰੀ ਵਾਰੀ ਜਿਹੜੀ ਗੱਲ ਕਹੀ ਜਾਓਗੇ ਇੱਕ ਦਿਨ ਮੰਨ ਜਾਏਗਾ। ਮਨ ਨੂੰ ਕਹੋਗੇ ਕੀ ਫਾਇਦਾ ਯਾਰ ਦਿਹਾੜੀਆਂ ਕਰਨ ਦਾ ਹੈ, ਰਾਤ ਨੂੰ ਚੋਰੀ ਕਰ ਲਿਆ ਕਰੋ, ਮੌਜ ਨਾਲੇ ਠੰਡਾ ਠੰਡਾ ਮੌਸਮ ਹੁੰਦਾ, ਕਿਹੜਾ ਧੁੱਪੇ ਕੰਮ ਕਰਦਾ ਫਿਰੇਗਾ। ਲੈ ਰੋਜ਼ ਮਨ ਨੂੰ ਇਹ ਕਹੀ ਜਾਓ, ਇਹ ਮਨ ਮਜ਼ਦੂਰੀ ਛੱਡ ਕੇ ਚੋਰੀਆਂ ਵਾਲੇ ਪਾਸੇ ਨੂੰ ਲੱਗ ਜਾਏਗਾ। ਮਨ ਹੀ ਚੋਰੀ ਕਰਵਾਉਂਦਾ, ਮਨ ਹੀ ਭਜਨ ਬੰਦਗੀ ਕਰਵਾਉਂਦਾ, ਸਰੀਰ ਦਾ ਕੋਈ ਕਸੂਰ ਨਹੀਂ। ਸਰੀਰ ਨੇ ਤਾਂ ਮਨ ਦੇ ਆਖੇ ਲੱਗਣਾ। ਤਾਂ ਹੀ ਆਮ ਕਹਿ ਦਿੰਦੇ ਵੀ ਸਰੀਰ ਗੱਡੀ ਹੈ, ਜਿਹੜਾ ਮਨ ਹੈ ਡਰਾਈਵਰ ਹੈ। ਹੁਣ ਡਰਾਈਵਰ ਦੀ ਮਰਜ਼ੀ, ਆਪਣੀ ਕਾਰ ਨੂੰ ਚਲਾ ਕੇ ਕਿਸੇ ਪਾਸੇ ਵੀ ਲਿਜਾ ਸਕਦਾ ਹੋ, ਆਪਣੇ ਸਾਈਕਲ ਨੂੰ, ਆਪਣੇ ਸਕੂਟਰ ਨੂੰ, ਆਪਣੇ ਟਰੱਕ ਨੂੰ, ਆਪਣੀ ਕਾਰ ਨੂੰ, ਆਪਣੀ ਬੱਸ ਨੂੰ ਜਿੱਧਰ ਮਰਜ਼ੀ ਲੈ ਜਾਏ। ਬੱਸ, ਟਰੱਕ, ਸਕੂਟਰ, ਕਾਰ ਇਹ ਨਹੀਂ ਕਹਿੰਦੇ ਅਸੀਂ ਇਸ ਪਾਸੇ ਨਹੀਂ ਜਾਣਾ, ਇਹ ਨਹੀਂ ਕਹਿੰਦੇ। ਸੋ ਇਹ ਸਰੀਰ ਮਨ ਦੇ ਆਖੇ ਲੱਗਦਾ ਹੈ। ਜੇ ਚੰਗਾ ਕੰਮ ਬੰਦਾ ਕਰ ਰਿਹਾ ਅਤੇ ਇਹਦਾ ਮਤਲਬ ਮਨ ਚੰਗਾ ਹੈ ਅਤੇ ਉਹ ਸਰੀਰ ਨੂੰ ਚੰਗੇ ਪਾਸੇ ਲਾਇਆ ਹੋਇਆ ਉਸਨੇ। ਜੇ ਸਰੀਰ ਨਾਲ ਕੋਈ ਮਾੜਾ ਕਰਮ ਕੀਤਾ ਜਾਂਦਾ ਤਾਂ ਸਰੀਰ ਦਾ ਕਸੂਰ ਨਹੀਂ, ਇਹ ਮਨ ਦਾ ਕਸੂਰ ਹੈ, ਉਹਨੇ ਇਸ ਨੂੰ ਮਾੜੇ ਪਾਸੇ ਲਾਇਆ ਹੋਇਆ ਹੈ। ਤਾਂ ਕਿਹਾ ਭਾਈ ਗੁਰੂ ਦੀ ਸੰਗਤ ਕਰੋ ਤਾਂ ਉਹ ਸਾਨੂੰ ਚੰਗੇ ਪਾਸੇ ਲਾਉਣਗੇ। ਜੇ ਅਸੀਂ ਨਾਸਤਿਕ ਦੀ ਸੰਗਤ ਕੀਤੀ, ਉਹਨੇ ਸਾਨੂੰ ਭੈੜੇ ਪਾਸੇ ਲਾ ਦੇਣਾ, ਸਾਡੀ ਜ਼ਿੰਦਗੀ ਬਰਬਾਦ ਹੋ ਜਾਣੀ, ਜਾਤੇ ਹੋਏ ਬਿਨਾਂ ਬਰਬਾਦੀ ਹੋ ਜਾਏਗੀ। ਗੁਰੂ ਜਿਹੜਾ ਹੈ ਉਹਦੀ ਸੰਗਤ ਕਰੇ, ਅੰਤਲੇ ਸਮੇਂ ਤੱਕ ਤੁਹਾਡਾ ਨਿਭੇਗਾ। ਅੰਤ ਕਰੇ ਨਿਰਵਾਹ, ਅੰਤਲੇ ਸਮੇਂ ਤੱਕ ਨਿਭਾਉਣਗੇ ਉਹ। ਇਸ ਲਈ ਸਿੱਖ ਧਰਮ 'ਚ ਸਤ ਸੰਗਤ 'ਤੇ ਬਹੁਤ ਜ਼ੋਰ ਦਿੱਤਾ ਗਿਆ ਹੈ ਕਿ ਹਰ ਇੱਕ ਸਿੱਖ ਨੂੰ ਸਤ ਸੰਗਤ ਕਰਨੀ ਚਾਹੀਦੀ ਹੈ, ਭਲੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ, ਸਾਧੂ ਦੀ ਸੰਗਤ ਕਰੋ, ਕਿਸੇ ਗੁਰਮੁਖ ਪਿਆਰੇ ਦੀ ਸੰਗਤ ਕਰੋ, ਗੁਰੂ ਦੀ ਸੰਗਤ ਕਰੋ, ਉਹ ਤੁਹਾਨੂੰ ਸਿੱਧੇ ਰਾਹ ਪਾਉਣਗੇ। ਮਾੜੇ ਦੀ ਸੰਗਤ ਕਰਾਂਗੇ ਜ਼ਿੰਦਗੀ ਬਰਬਾਦ ਹੋ ਜਾਏਗੀ। ਇਸ ਲਈ ਮਾਂ ਪਿਓ ਦਾ ਫਰਜ਼ ਬਣਦਾ ਆਪਣੇ ਬੱਚੇ ਜਿਹੜੇ, ਚਾਹੇ ਲੜਕਾ ਚਾਹੇ ਲੜਕੀ ਹੈ, ਖਿਆਲ ਰੱਖੇ ਇਹਦੇ ਕੌਣ ਦੋਸਤ ਨੇ, ਕੌਣ ਸਹੇਲੀ ਹੈ। ਅਗਰ ਉਹਦਾ ਦੋਸਤ ਠੀਕ ਨੇ ਫਿਰ ਕੋਈ ਖਤਰਾ ਨਹੀਂ ਹੈਗਾ, ਸਹੇਲੀਆਂ ਠੀਕ ਨੇ ਕੋਈ ਖਤਰਾ ਨਹੀਂ। ਅਗਰ ਉਹਦੀ ਕੋਈ ਸਹੇਲੀ ਵਿਗੜੀ ਹੋਈ ਹੈ ਤਾਂ ਤੁਹਾਡੀ ਕੁੜੀ ਦੇ ਵਿਗੜਨ ਦੀ ਸੰਭਾਵਨਾ ਹੈ। ਜਿਵੇਂ ਇੱਕ ਲੜਕੀ ਕਹਿੰਦੀ ਮੈਂ MA ਇੰਗਲਿਸ਼ ਚੰਡੀਗੜ੍ਹ ਤੋਂ ਕਰਨੀ ਹੈ, ਯੂਨੀਵਰਸਿਟੀ ਤੋਂ। ਮੈਂ ਕਿਹਾ ਤੂੰ ਉੱਥੇ ਪਾਸ ਹੋ ਹੀ ਨਹੀਂ ਸਕਦੀ। ਕਿਉਂ ਜੀ? ਮੈਂ ਤੈਨੂੰ ਨਹੀਂ ਪਤਾ, ਚੰਡੀਗੜ੍ਹ ਦੀਆਂ ਕੁੜੀਆਂ ਕਹਿਣਾ ਨਹੀਂ ਚਾਹੀਦੀਆਂ, ਅੱਤ ਵਿਗੜੀਆਂ ਹੋਈਆਂ ਨੇ। ਤੂੰ ਉਹਨਾਂ ਨਾਲ ਰਹਿਣਾ, ਰੋਜ਼ ਤੂੰ ਆ ਨਹੀਂ ਸਕਣਾ, ਤੈਨੂੰ ਹੋਸਟਲ 'ਚ ਰਹਿਣਾ ਪੈਣਾ, ਤੂੰ ਅਵਾਰਾ ਗਰਦ ਹੋ ਜਾਣਾ, ਤੂੰ ਪਾਸ ਨਹੀਂ ਹੁੰਦੀ। ਨਹੀਂ ਜੀ ਨਹੀਂ, ਮੈਂ ਚੰਗਾ ਦੇਖ ਲੈ, ਮੈਂ ਤੂੰ ਪੰਜਾਬੀ ਤੇ ਕਰ ਲੈ, ਚੰਗੀ ਰਹੀ। ਨਹੀਂ ਮੰਨੀ। ਮਾਂ ਪਿਓ ਕੀ ਕਰਨ ਜੇ ਬੱਚਾ ਜ਼ਿੱਦ ਫੜ ਲੈਂਦਾ। 4 ਪੇਪਰਾਂ 'ਚ ਫੇਲ ਹੋ ਗਈ ਪਹਿਲੇ ਸਾਲ। ਮੈਂ ਤੈਨੂੰ ਕਿਹਾ ਸੀ ਨਾ, ਚੰਡੀਗੜ੍ਹ ਪੜ੍ਹਨ ਦਾ ਮਤਲਬ ਤੁਹਾਡਾ ਪੱਠਾ ਬਹਿ ਜਾਣਾ, ਬਸ ਸਿੱਧਾ ਹਿਸਾਬ ਹੈ। ਜਿਹਨੇ ਆਪਣੇ ਲੜਕੇ ਲੜਕੀ ਦਾ ਪੱਠਾ ਬਿਠਾਉਣਾ ਹੋਵੇ ਉਹਨੂੰ ਚੰਡੀਗੜ੍ਹ ਪੜ੍ਹਨ ਲਾ ਦਿਓ, ਬਸ ਬਹਿ ਜਾਏਗਾ ਪੱਠਾ। ਕੀ ਕਹਿਣਾ 100 'ਚ 5-7 ਬਚ ਗਏ, ਉਹ ਤਾਂ ਚਲੋ ਉਹਨਾਂ ਦੀ ਕਿਸਮਤ ਹੀ ਇੰਨੀ ਚੰਗੀ ਹੁੰਦੀ ਹੈ ਕਿ ਉਹਨਾਂ ਦਾ ਅਸਰ ਨਹੀਂ ਹੁੰਦਾ। ਕਿਉਂਕਿ ਵਿਗੜਿਆਂ ਦੇ ਵਿੱਚ ਤੁਸੀਂ ਜਦੋਂ ਰਹੋਗੇ ਫਿਰ ਵਿਗੜੋਗੇ ਹੀ ਵਿਗੜੋਗੇ। ਮਾਂ ਪਿਓ ਦਾ ਡਰ ਹੈ ਨਹੀਂ, ਹੋਸਟਲ 'ਚ ਰਹਿਣਾ ਹੈ, ਮਾਂ ਪਿਓ ਡਰ ਨਹੀਂ ਹੈ। ਫਿਰ ਇੱਥੋਂ MA ਕੀਤੀ, 1 ਸਾਲ ਦਾ ਬਰਬਾਦ ਕੀਤਾ, ਮਾਂ ਪਿਓ ਦੇ ਹਜ਼ਾਰਾਂ ਰੁਪਈਏ ਖਰਾਬ ਕੀਤੇ। ਫਿਰ ਪੰਜਾਬੀ ਹਿੱਸੇ ਤੋਂ MA ਕੀਤੀ।
ਇੱਥੇ ਕਿਉਂਕਿ ਘਰੋਂ ਰੋਟੀ ਖਾ ਜਾਂਦੀ, ਘਰ ਹੀ ਆ ਕੇ ਖਾਂਦੇ ਸੀ, ਰੋਜ਼ ਵਾਪਸ ਆ ਜਾਂਦੇ ਸੀ, ਇਸ ਲਈ ਵਿਗੜਨ ਦੇ ਚਾਂਸ ਨਹੀਂ ਸਨ ਇੱਥੇ। ਤਾਂ ਗੁਰਬਾਣੀ ਕਹਿੰਦੇ ਵੀ ਚੰਗਿਆਂ ਦੀ ਸੰਗਤ ਕਰੋ, ਮਾੜਿਆਂ ਦੀ ਸੰਗਤ ਕਰਕੇ ਤਾਂ ਬਰਬਾਦ ਹੋ ਜਾਓਗੇ। ਸਾਲ ਵੀ ਮਾਰਿਆ ਗਿਆ ਅਤੇ ਹਜ਼ਾਰਾਂ ਰੁਪਈਏ ਵੀ ਮਾਂ ਪਿਓ ਦੇ ਖਰਾਬ ਹੋ ਗਏ, ਖੱਟਿਆ ਕੁਝ ਵੀ ਨਾ। ਤਾਂ ਕਬੀਰ ਸਾਹਿਬ ਸਾਰੇ ਗੁਰੂ ਸੰਤ ਮਹਾਤਮਾ ਤਾਂ ਹੀ ਇਸ ਗੱਲ ਪਾਈ, ਸਤ ਸੰਗਤ ਕਰੋ, ਗੁਰੂ ਦੀ ਸਾਧੂ ਦੀ ਸੰਗਤ ਕਰੋ, ਜਿੱਥੇ ਤੁਹਾਨੂੰ ਸਿੱਖਿਆ ਮਿਲੇ। ਅੱਗੇ ਕਹਿੰਦੇ ਕਬੀਰ ਜਗ ਮੈਂ ਚੇਤਿਓ ਜਾਨ ਕੇ, ਜਗ ਮੈਂ ਰਹਿਓ ਸਮਾਏ, ਜਿਨ ਹਰ ਕਾ ਨਾਮ ਨਾ ਚੇਤਿਓ, ਬਾਦਹਿ ਜਨਮੇ ਆਏ। ਕਬੀਰ ਜਗ ਮੈਂ ਚੇਤਿਓ ਜਾਨ ਕੇ, ਕਹਿੰਦੇ ਮੈਂ ਚੇਤੇ ਨੂੰ ਯਾਦ ਕਰਨਾ, ਮੈਂ ਸੰਸਾਰ 'ਚ ਰਹਿ ਕੇ ਹੀ ਪਰਮਾਤਮਾ ਨੂੰ ਯਾਦ ਕੀਤਾ। ਮੈਂ ਕਿਹਾ ਜੰਗਲਾਂ 'ਚ ਨਹੀਂ ਗਿਆ, ਮੈਂ ਪੁਰਾਣੇ ਸਾਧੂ ਪਹਾੜਾਂ 'ਤੇ ਨਹੀਂ ਗਿਆ, ਮੈਂ ਸੰਸਾਰ ਦੇ ਵਿੱਚ ਹੀ ਰਹਿ ਕੇ ਪਰਮਾਤਮਾ ਨੂੰ ਯਾਦ ਕੀਤਾ। ਕਿਉਂ? ਜਗ ਮੈਂ ਰਹਿਓ ਸਮਾਏ, ਕਿਉਂਕਿ ਮੈਨੂੰ ਗਿਆਨ ਸੀ ਪਰਮਾਤਮਾ ਸੰਸਾਰ ਦੇ ਵਿੱਚ ਹੀ ਹੈ, ਪਰਮਾਤਮਾ ਸੰਸਾਰ ਦੇ ਵਿੱਚ ਹੀ ਹੈ, ਮੈਨੂੰ ਕੀ ਲੋੜ ਹੈ ਸੰਸਾਰ ਛੱਡ ਕੇ ਮੈਂ ਜੰਗਲਾਂ ਅਤੇ ਪਹਾੜਾਂ 'ਚ ਧੱਕੇ ਖਾਂਦਾ ਫਿਰਾਂ। ਮੈਨੂੰ ਪਤਾ ਹੈ, ਇਹ ਜਾਣ ਕੇ ਕਿ ਪਰਮਾਤਮਾ ਸਭ ਥਾਂ 'ਤੇ ਹੈ, ਇਸ ਲਈ ਮੈਂ ਆਪਣੇ ਘਰ ਦੇ ਵਿੱਚ ਰਹਿ ਕੇ, ਗ੍ਰਸਥ 'ਚ ਰਹਿ ਕੇ ਹੀ ਪਰਮਾਤਮਾ ਨੂੰ ਯਾਦ ਕਰਦਾ ਰਿਹਾ। ਇਸ ਲਈ ਸਾਡੇ ਗੁਰੂ ਜਿਹੜੇ ਨੇ ਕੋਈ ਜੰਗਲਾਂ 'ਚ ਨਹੀਂ ਗਏ, ਆਪਣਾ ਕਾਰੋਬਾਰ ਕੀਤਾ ਹੈ, ਘਰ 'ਚ ਰਹੇ, ਗ੍ਰਸਥੀ ਸਨ, ਪਰਿਵਾਰ ਵਾਲੇ ਸਨ, ਭਜਨ ਬੰਦਗੀ ਕਰਦੇ ਰਹੇ। ਕੋਈ ਜ਼ਰੂਰ ਹੁਣ ਜਿਹੜਾ ਹੈ ਲੋਕ ਬਹੁਤ ਘੱਟ ਜੰਗਲਾਂ ਜਾਂ ਪਹਾੜਾਂ 'ਤੇ ਜਾਂਦੇ ਨੇ ਭਜਨ ਬੰਦਗੀ ਕਰਨ। ਹੌਲੀ ਹੌਲੀ ਸਿੱਖ ਧਰਮ ਦਾ ਪ੍ਰਚਾਰ ਹੋ ਗਿਆ। ਜਿਹੜੇ ਦੇਹਧਾਰੀ ਗੁਰੂ ਸਨ ਉਹਨਾਂ ਨੇ ਵੀ ਦੇਖਿਆ ਵੀ ਹਾਂ ਇਹ ਠੀਕ ਹੈ, ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰਤਾ ਭਾਈ ਜੰਗਲਾਂ 'ਚ ਪਹਾੜਾਂ ਜਾਣ ਦੀ ਲੋੜ ਨਹੀਂ ਹੈਗੀ, ਤੁਸੀਂ ਆਪਣੇ ਘਰਾਂ 'ਚ ਰਹੋ, ਭਜਨ ਬੰਦਗੀ ਕਰੋ। ਭਜਨ ਬੰਦਗੀ ਸਭ ਥਾਂ 'ਤੇ ਹੋ ਸਕਦੀ ਹੁੰਦੀ ਹੈ, ਕਿਉਂਕਿ ਜਦ ਤੁਸੀਂ ਭਜਨ ਬੰਦਗੀ ਕਰਦੇ ਹੋ ਹਾਲਾਤ ਤੁਹਾਡੇ ਅਨੁਸਾਰ ਹੋ ਜਾਂਦੇ ਨੇ। ਪਹਿਲਾਂ ਕਈ ਵਾਰੀ ਹਾਲਾਤ ਸਾਡੇ ਅਨੁਸਾਰ ਨਹੀਂ ਹੁੰਦੇ। ਜਿਨ੍ਹਾਂ ਲੋਕਾਂ ਨੇ ਮਹਾਨ ਬਣਨਾ ਹੁੰਦਾ ਉਹ ਹਾਲਾਤ ਨੂੰ ਆਪਣੇ ਅਨੁਸਾਰ ਕਰ ਲੈਂਦੇ ਨੇ, ਉਹ ਹਾਲਾਤ ਅਨੁਸਾਰ ਨਹੀਂ ਹੁੰਦੇ, ਸਗੋਂ ਹਾਲਾਤ ਉਹਨਾਂ ਅਨੁਸਾਰ ਹੋ ਜਾਂਦੇ ਨੇ, ਕਿਉਂਕਿ ਤੁਸੀਂ ਪੱਕੇ ਇਰਾਦੇ ਵਾਲੇ ਹੋ। ਪੱਕੇ ਇਰਾਦੇ ਵਾਲੇ ਕੁਦਰਤ ਆਪੇ ਰਸਤਾ ਦਿੰਦੀ ਹੈ। ਵੇਅਰ ਦੇਅਰ ਇਜ਼ ਏ ਵਿਲ ਦੇਅਰ ਇਜ਼ ਏ ਵੇ। ਜਿੱਥੇ ਵੀ ਇੱਛਾ ਸ਼ਕਤੀ ਤਗੜੀ ਹੋਵੇਗੀ ਰਸਤਾ ਮਿਲ ਜਾਏਗਾ, ਰਸਤਾ ਮਿਲ ਜਾਏਗਾ। ਸਿਰਫ ਦ੍ਰਿੜ ਇਰਾਦੇ ਦੀ ਲੋੜ ਹੈ। ਜੇ ਇਰਾਦਾ ਦ੍ਰਿੜ ਨਹੀਂ ਫਿਰ ਤੁਹਾਡਾ ਵਿੱਚ ਵਿਚਾਲੇ ਰਹਿ ਰੂ ਜਿਹੜਾ ਕੰਮ। ਜਿਹੜਾ ਵੀ ਕੰਮ ਕਰਨਾ ਪਹਿਲਾਂ ਸੋਚ ਵਿਚਾਰ ਲੈਣਾ ਉਹਨੂੰ ਵੀ ਜਿਹੜਾ ਮੈਂ ਕੰਮ ਕਰ ਲਵਾਂਗਾ ਇਹਦਾ ਮੈਨੂੰ ਕੀ ਲਾਭ ਨੁਕਸਾਨ ਹੋਵੇਗਾ। ਜੋ ਹੈ ਜੇ ਚੰਗੀ ਤਰ੍ਹਾਂ ਵਿਚਾਰ ਕਰ ਲਈ ਬਸ ਫਿਰ ਲੱਗ ਜਾਓ। ਰਾਹ 'ਚ ਰੁਕਾਵਟਾਂ ਬੜਾ ਕੁਛ ਹੋਊਗਾ, ਲੱਗੇ ਰਹੋ ਲੱਗੇ ਰਹੋ ਲੱਗੇ ਰਹੋ, ਫਿਰ ਤਾਂ ਤੁਹਾਨੂੰ ਸਫਲਤਾ ਮਿਲ ਜਾਏਗੀ, ਕਿਉਂਕਿ ਕੁਦਰਤ ਦਾ ਅਸੂਲ ਹੈ। God helps those who help themselves, ਬਾਈਬਲ 'ਚ ਲਿਖਿਆ ਹੋਇਆ। ਪਰਮਾਤਮਾ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਨੇ, ਭਾਵ ਜੋ ਯਤਨਸ਼ੀਲ ਨੇ, ਜੋ ਮਿਹਨਤੀ ਲੋਕ ਨੇ, ਪਰਮਾਤਮਾ ਉਹਨਾਂ ਦੇ ਹੱਕ 'ਚ ਹੋ ਜਾਂਦਾ ਹੈ। ਜੇ ਤੁਸੀਂ ਫੈਸਲਾ ਕਰ ਲਿਆ ਮੈਂ ਸਤਸੰਗ ਕਰਨੀ, ਮੈਂ ਬਾਣੀ ਪੜ੍ਹਨੀ, ਮੈਂ ਨਾਮ ਜਪਣਾ, ਪਰਮਾਤਮਾ ਤੁਹਾਡੇ ਵੱਲ ਹੋ ਜਾਏਗਾ। ਹਾਲਾਤ ਤੁਹਾਡੇ ਅਨੁਸਾਰ ਹੌਲੀ 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 ਹੋ ਜਾਣਗੇ। ਪਹਿਲਾਂ ਘਰ ਦੇ ਜੀ ਕੀ, ਦੂਜੇ ਕੀ ਤੁਹਾਡੀ ਨੁਕਤਾਚੀ ਨਹੀਂ ਕਰਨਗੇ, ਪਰਵਾਹ ਨਹੀਂ ਕਰਨੀ, ਲੱਗੇ ਰਹਿਣਾ ਲੱਗੇ ਰਹਿਣਾ ਲੱਗੇ ਰਹਿਣਾ। ਇਹੀ ਜਿਹੜੇ ਤੁਹਾਡੀ ਨੁਕਤਾਚੀਨੀ ਕਰਦੇ ਨੇ ਇਹੀ ਤੁਹਾਡੇ ਕੋਲ ਆਉਣਾ ਸ਼ੁਰੂ ਕਰ ਦੇਣਗੇ, ਇਹੀ ਤੁਹਾਡੇ ਕੋਲ ਆਉਣਾ ਸ਼ੁਰੂ ਕਰ ਦੇਣਗੇ। ਕਿਉਂ? ਨਾਮ ਜਪਣ ਵਾਲਾ ਬੰਦਾ ਸਮਾਂ ਪਾ ਕੇ ਦਾਤਾ ਹੋ ਜਾਂਦਾ, ਅਤੇ ਬਾਕੀ ਤਾਂ ਭਿਖਾਰੀ ਨੇ ਅਤੇ ਭਿਖਾਰੀਆਂ ਨੇ, ਅਤੇ ਫਿਰ ਦਾਤੇ ਕੋਲ ਹੀ ਹੋਣਾ ਨਾ ਮੰਗਣ, ਤੁਸੀਂ ਦਾਤੇ ਹੋ ਜਾਓਗੇ। ਪਰ ਮਨੁੱਖ ਨੂੰ ਗਿਆਨ ਨਹੀਂ, ਇਹ ਭਿਖਾਰੀ ਹੀ ਰਹਿੰਦਾ ਬਸ।
ਇਹ ਸਾਰੀ ਉਮਰ ਗੁਰੂ ਤੋਂ ਮੰਗਦਾ ਰਹਿੰਦਾ। ਉਹ ਕਹਿੰਦੇ ਕਿਉਂ ਮੰਗਤਾ ਬਣਿਆ ਹੋਇਆ ਤੂੰ ਨਾਮ ਜਪ, ਤੂੰ ਦਾਤਾ ਹੋ ਜਾਏਗਾ। ਦੁਨੀਆ ਤੇਰੇ ਕੋਲ ਆ ਕੇ ਮੰਗੇਗੀ, ਤੂੰ ਉਂਝ ਹੀ ਮੰਗੀ ਜਾਂਦੇ। ਦੱਸ, ਪਰ ਨਹੀਂ, ਇਹ ਪਤਾ ਨਹੀਂ ਬਦਕਿਸਮਤੀ ਹੈ ਜਾਂ ਇਹ ਗੁਰੂ ਦੀ ਗੱਲ 'ਤੇ ਇਹਨੂੰ ਵਿਸ਼ਵਾਸ ਨਹੀਂ ਹੈ। ਗੁਰੂ ਮਹਾਰਾਜ ਆਪਣੇ ਸਿੱਖ ਨੂੰ ਦਾਤਾ ਬਣਾਉਣਾ ਚਾਹੁੰਦੇ ਨੇ। ਤੂੰ ਦਾਤੇ ਨਾਲ ਜੁੜ ਜਾ, ਤੂੰ ਦਾਤਾ ਬਣ ਜਾਏਗਾ। ਦੇਖੋ, ਤੁਸੀਂ ਅਮੀਰ ਦੀ ਸੰਗਤ ਕਰੋ, ਹੌਲੀ ਤੁਹਾਡੇ ਮਨ 'ਚ ਵੀ ਮੈਂ ਵੀ ਅਮੀਰ ਹੋਵਾਂ। ਜੋ ਤੁਸੀਂ ਉਹਦੇ ਨਾਲ ਨਾ ਰਹਿਣੇ ਹੋ, ਤੁਹਾਡੀ ਦੋਸਤੀ ਹੈ, ਜਾਣਕਾਰੀ ਹੈ, ਤੁਸੀਂ ਉਹਨੂੰ ਪੁੱਛੋਗੇ ਭਾਈ ਤੂੰ ਕਿਵੇਂ ਅਮੀਰ ਹੋਏ, ਉਹ ਤੁਹਾਨੂੰ ਢੰਗ ਤਰੀਕਾ ਦੱਸੇਗਾ। ਤੁਸੀਂ ਵੀ ਉਸ ਤਰ੍ਹਾਂ ਫਿਰ ਕਰਨ ਲੱਗੇ, ਹੌਲੀ ਹੌਲੀ ਤੁਸੀਂ ਵੀ ਅਮੀਰ ਹੋ ਜਾਓਗੇ, ਕਿਉਂਕਿ ਤੁਸੀਂ ਅਮੀਰ ਦੀ ਸੰਗਤ ਕਰ ਰਹੇ ਹੋ। ਤੁਸੀਂ ਸੰਗਤ ਹੀ ਗਰੀਬ ਦੀ ਕਰ ਰਹੇ ਹੋ, ਤੁਸੀਂ ਅਮੀਰ ਕਿੱਥੋਂ ਹੋ ਜਾਓਗੇ? ਉਹ ਤੁਹਾਨੂੰ ਅਮੀਰ ਹੋਣ ਦਾ ਕਿਵੇਂ ਢੰਗ ਦੱਸੇਗਾ? ਤਾਂ ਆਪ ਹੀ ਗਰੀਬ ਹੈ, ਉਹ ਤਾਂ ਆਪ ਹੀ ਗਰੀਬ ਹੈ। ਜਿਹੜਾ ਬੰਦਾ ਬਿਮਾਰ ਹੈ ਉਹ ਤੁਹਾਨੂੰ ਤੰਦਰੁਸਤ ਹੋਣ ਦਾ ਢੰਗ ਨਹੀਂ ਦੱਸ ਸਕਦਾ। ਹਾਂ, ਜਿਹੜਾ ਤੰਦਰੁਸਤ ਹੈ ਉਹ ਬਿਮਾਰ ਨੂੰ ਤੰਦਰੁਸਤ ਹੋਣ ਦਾ ਢੰਗ ਦੱਸ ਸਕਦਾ ਹੈ ਕਿ ਤੂੰ ਇਸ ਤਰ੍ਹਾਂ ਕਰ, ਤੂੰ ਤੰਦਰੁਸਤ ਹੋ ਜਾਏਗਾ। ਬਿਮਾਰ ਕੀ ਦੱਸੇਗਾ ਕਿਸੇ ਨੂੰ? ਇਸ ਲਈ ਜ਼ੋਰ ਦਿੱਤਾ ਹੋਇਆ ਧਰਮ ਦੇ ਵਿੱਚ ਕਿ ਵਧੀਆ ਇਨਸਾਨਾਂ ਦੀ ਸੰਗਤ ਕਰੋ, ਨਾਮ ਜਪੋ। ਪਰਮਾਤਮਾ ਦਾਤਾ ਹੈ। ਤੁਸੀਂ ਨਾਮ ਜਪਦੇ ਜਾਓ, ਜਪਦੇ ਜਾਓ, ਜਪਦੇ ਜਾਓ, ਜਪਦੇ ਜਾਓ। ਇੱਕ ਦਿਨ ਤੁਸੀਂ ਮੰਗਤਾ ਪੁਨਾ ਛੱਡ ਦਿਓਗੇ। ਸਮਾਂ ਪਾ ਕੇ ਪਰਮਾਤਮਾ ਤੁਹਾਨੂੰ ਦਾਤਾ ਬਣਾ ਦੇਗਾ। ਕਿਤੇ ਤੁਸੀਂ ਮੰਗਦੇ ਸੀ, ਕਿਤੇ ਲੋਕ ਤੁਹਾਡੇ ਕੋਲ ਮੰਗਣ ਆਉਣਗੇ। ਇੱਕ ਮੰਗਤਾ ਦਾਤਾ ਹੋ ਗਿਆ। ਕਿੰਨਾ ਆਨੰਦ ਹੈ। ਇੱਕ ਬੰਦਾ ਪਹਿਲਾਂ ਪੀਏ ਨੇ, ਕਿਸੇ ਕਾਰਨ ਉਹਨੇ ਕੋਈ ਟੈਸਟ ਪਾਸ ਕਰ ਲਿਆ, ਉਹ ਆਫੀਸਰ ਲੱਗ ਗਿਆ। ਹੋ ਗਏ ਨਾ ਲੋਕ ਹੈਰਾਨ, ਅਤੇ ਉਹ ਵੀ ਕਹੇ ਵੀ ਕਿਆ ਬਾਤ ਹੈ। ਪਹਿਲਾਂ ਘੰਟੀ ਅਫਸਰ ਵਜਾਉਂਦਾ ਸੀ, ਮੈਂ ਭੱਜਿਆ ਜਾਂਦਾ ਸੀ। ਹੁਣ ਮੈਂ ਘੰਟੀ ਵਜਾਉਣਾ ਅਤੇ ਉਹ ਭੱਜੇ ਆਉਂਦੇ ਨੇ। ਕਿਉਂ? ਆਪ ਅਫਸਰ ਹੋ ਗਿਆ। ਨੌਕਰ ਅਤੇ ਮਾਲਕ 'ਚ ਆਹੀ ਫਰਕ ਹੈ। ਇਹ ਬੰਦਾ ਨੌਕਰ ਹੋਣ ਨੂੰ ਤਿਆਰ ਹੈ, ਮਾਲਕ ਬਣਨ ਨੂੰ ਤਿਆਰ ਨਹੀਂ ਹੈਗਾ। ਕਿੰਨੀ ਬਦਕਿਸਮਤੀ ਸਾਡੀ। ਅਸੀਂ ਮਾਲਕ ਬਣਨ ਨੂੰ ਤਿਆਰ ਨਹੀਂ, ਅਸੀਂ ਨੌਕਰ ਬਣਨ ਨੂੰ ਤਿਆਰ ਹਾਂ। ਮਾਲਕ ਦੇ ਨੌਕਰ 'ਚ ਬੜਾ ਫਰਕ ਹੁੰਦਾ। ਮਾਲਕ ਮਾਲਕ ਹੀ ਹੁੰਦਾ। ਮਾਲਕ ਮਾਲਕ ਹੀ ਹੈ। ਉਹਦੇ ਜਦੋਂ ਮਰਜ਼ੀ ਆਪਣੀ ਦੁਕਾਨ, ਜੇ ਦੁਕਾਨ ਦਾ ਮਾਲਕ ਹੈ, ਜਦੋਂ ਮਰਜ਼ੀ ਦੁਕਾਨ ਨੂੰ ਜਿੰਦਰਾ ਲਾਓ, ਘਰ ਆ ਜਾਓ। ਨੌਕਰ ਨਹੀਂ ਆ ਸਕਦਾ। ਮੀਂਹ ਪੈ ਰਿਹਾ, ਤੁਸੀਂ ਮਾਲਕ ਹੋ, ਤੁਸੀਂ ਇੱਕ ਨੌਕਰ ਰੱਖਿਆ ਹੋਇਆ ਹੈ। ਤੁਸੀਂ ਪੀਣ ਵਾਲੇ ਹੋ, ਮੌਸਮ ਬਹੁਤ ਵਧੀਆ ਹੋ ਗਿਆ, ਤੁਸੀਂ ਨੌਕਰ ਨੂੰ ਕਹਿੰਦੇ ਮੁੰਡੂ ਜੋ ਕੁਛ ਵੀ ਉਹਨੂੰ ਕਹਿੰਦੇ ਆ ਲੈ ਪੈਸੇ, ਠੇਕੇ 'ਤੇ ਜਾ, ਬੋਤਲ ਲੈ ਕੇ ਆਈ, ਆਉਂਦਾ ਦੁਕਾਨ 'ਤੇ ਪਕੌੜੇ ਫੜੀ ਆਈ, ਇਹ ਲੈ ਆਈ ਹੋਏ, ਉਹ ਮੀਂਹ 'ਚ ਵੀ ਜਾ ਰਿਹਾ। ਤੁਸੀਂ ਮਾਲਕ ਹੋ, ਬੈਠੇ ਹੋ ਘਰ ਆਨੰਦ ਨਾਲ ਅੰਦਰ। ਉਹ ਨੌਕਰ ਹੈ, ਉਹ ਜਾ ਰਿਹਾ, ਉਹ ਮੀਂਹ 'ਚ ਵੀ ਜਾ ਰਿਹਾ, ਉਹ ਨੌਕਰ ਹੈ। ਮਾਲਕ ਅਤੇ ਨੌਕਰ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਪਰਮਾਤਮਾ ਸਾਨੂੰ ਮਾਲਕ ਬਣਾਉਂਦਾ ਹੈ। ਨਹੀਂ ਜੀ, ਅਸੀਂ ਤਾਂ ਨੌਕਰ ਹੀ ਠੀਕ ਆ। ਅਸੀਂ ਮਾਲਕ ਬਣਨ ਨੂੰ ਤਿਆਰ ਹੀ ਨਹੀਂ ਹੈਗੇ। ਪਰਮਾਤਮਾ ਸਾਨੂੰ ਦਾਤਾ ਬਣਾਉਣਾ ਚਾਹੁੰਦਾ ਹੈ। ਨਹੀਂ, ਅਸੀਂ ਮੰਗਤੇ ਹੀ ਠੀਕ ਹਾਂ। ਨਹੀਂ, ਮੇਰੇ ਭਾਗਾਂ 'ਚ ਕਿੱਥੇ ਦਾਤਾ ਜੀ, ਲੈ ਐਂ ਕਰਕੇ ਟਾਲ ਦਿੰਦੇ ਨੇ। ਗੁਰਬਾਣੀ ਨਾਲ ਗੱਲਾਂ ਨਹੀਂ ਮੰਨਦੀ। ਉਹ ਕਹਿੰਦੇ ਤੁਸੀਂ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਇੱਕ ਦਿਨ ਤੁਸੀਂ ਦਾਤੇ ਹੋ ਜਾਓਗੇ। ਕਿਉਂ? ਤੁਸੀਂ ਕਹੋ ਕਿਵੇਂ ਹੋ ਜਾਏ ਜੀ? ਮੇਰੇ ਕੋਲ ਪੈਸੇ ਹੋ ਜਾਣਗੇ, ਤੁਹਾਡੇ ਕੋਲ ਰਿੱਧੀਆਂ ਸਿੱਧੀਆਂ ਆ ਜਾਣਗੀਆਂ। ਤੁਹਾਡੇ ਕੋਲ ਰਿੱਧੀਆਂ ਸਿੱਧੀਆਂ ਹੋਣਗੀਆਂ। ਮੰਨ ਲਓ ਮੇਰੇ ਕੋਲ ਕੋਈ ਸਿੱਧੀ ਹੈ, ਇੱਕ ਕਰੋੜਪਤੀ ਬੰਦਾ, ਉਹਦੇ ਕੋਈ ਘਰ ਬੱਚਾ ਨਹੀਂ ਹੈਗਾ। ਉਹ ਆਖਦੇ ਬਾਬਾ ਜੀ ਮੇਰੇ ਘਰ ਬੱਚਾ ਹੋ ਜਾਏ। ਮੈਨੂੰ ਸਿੱਧੀ ਪ੍ਰਾਪਤ ਹੈ, ਮੈਂ ਕਹਿੰਦਾ ਅਗਲੇ ਸਾਲ ਹੋ ਜਾਏਗਾ ਤੇਰੇ ਘਰ ਬੱਚਾ। ਹੋ ਸਕਦਾ ਮੈਨੂੰ 1,00,000 2 ਲੱਖ ਰੁਪਏ ਖੁਸ਼ ਹੋ ਕੇ ਆਖਦੇ ਜੀ ਬਾਬਾ ਜੀ ਤੁਹਾਡਾ ਬੜਾ ਬੜਾ ਧੰਨਵਾਦ ਹੈ ਜੀ, ਮੇਰੇ ਘਰ ਬੱਚਾ ਨਹੀਂ ਤੇ ਬੱਚਾ ਹੋ ਗਿਆ। ਕਿਉਂ? ਨਾਮ ਜਪ ਕੇ ਤੁਹਾਡੇ ਕੋਲ ਸਿੱਧੀ ਹੈ, ਤੁਸੀਂ ਦਾਤੇ ਹੋ ਗਏ ਹੋ। ਕਰੋੜਪਤੀ ਬੰਦਾ ਮੰਗਤਾ ਬਣ ਕੇ ਤੁਹਾਡੇ ਕੋਲ ਆਇਆ ਹੈ, ਤੁਸੀਂ ਦਾਤੇ ਹੋ।
ਪਹਿਲਾਂ ਤੁਸੀਂ ਵੀ ਮੰਗਤੇ ਹੀ ਸੀ, ਪਰ ਤੁਸੀਂ ਇੰਨਾ ਨਾਮ ਜਪਿਆ ਕਿ ਤੁਸੀਂ ਦਾਤੇ ਹੋ ਗਏ। ਕਰੋੜਪਤੀ ਆ ਕੇ ਤੁਹਾਡੇ ਮੰਗਦੇ, ਮੱਥੇ ਟੇਕਦੇ ਨਾਲੇ ਅਤੇ ਨਾਲੇ ਕਿ ਮੰਗਦੇ ਤੁਹਾਡੇ ਤੋਂ ਜੀ, ਮੇਰਾ ਆਹ ਕੰਮ ਹੋ ਜਾਏ ਜੀ, ਮੇਰਾ ਆਹ ਹੋ ਜਾਏ ਜੀ। ਨਾਮ ਨੇ ਸਾਨੂੰ ਦਾਤੇ ਬਣਾਉਣਾ ਹੈ। ਇਹ ਪਤਾ ਨਹੀਂ ਸਾਨੂੰ ਕਦੋਂ ਸਮਝ ਆਉਣੀ। ਅਸੀਂ ਮੰਗਤੇ ਹੀ ਪੈਦਾ ਹੋਏ ਅਤੇ ਮੰਗਤੇ ਹੀ ਮਰ ਜਾਣਾ। ਕੋਈ ਤਰੱਕੀ ਤਾਂ ਕੀਤੀ ਨਾ, ਕੋਈ ਤਰੱਕੀ ਨਾ, ਮੰਗਤੇ ਹੀ ਪੈਦਾ ਹੋਏ, ਮੰਗਤੇ ਹੀ ਮੰਗਦਿਆਂ ਮਰ ਗਏ ਅਖੀਰ ਤੱਕ। ਕਿਉਂਕਿ ਅਸੀਂ ਬਾਣੀ ਨੂੰ ਸਮਝ ਹੀ ਨਹੀਂ ਸਕਦੇ। ਜੇ ਸਮਝ ਆਉਂਦੀ ਹੈ ਤਾਂ ਉਹਨੂੰ ਮੰਨਦੇ ਨਹੀਂ ਹੈਗੇ, ਉਹਦੇ ਅਨੁਸਾਰ ਕੁਛ ਨਹੀਂ ਕਰਦੇ, ਧੱਕੇ ਧੋੜੇ ਜਿਹੇ ਖਾਈ ਜਾਂਦੇ। ਬਾਹਰ ਜਾ ਰਹੇ ਵੀ ਜੇ ਪਤਾ ਨਹੀਂ ਬਾਹਰ ਕੀ ਹੈ, ਕਿਸੇ ਨੂੰ ਸਮਝਾਓ, ਕੋਈ ਨਹੀਂ। ਅੱਜ ਦਾ ਬੱਚਾ ਕੋਈ ਨਹੀਂ ਸਮਝਦਾ। ਜੇ ਕਿਸੇ ਸਮਝਾਓ ਕਾਕਾ ਬੀਬੀ ਬਾਹਰ ਬਹੁਤ ਬੇਰੁਜ਼ਗਾਰੀ ਹੋ ਗਈ ਹੈ, ਅੱਜ ਕੱਲ੍ਹ ਕੰਮ ਨਹੀਂ ਮਿਲ ਰਿਹਾ, ਉੱਥੋਂ ਦੇ ਲੋਕਾਂ ਨੂੰ ਨਹੀਂ ਮਿਲ ਰਿਹਾ, ਤੁਹਾਨੂੰ ਇੱਥੋਂ ਪਰਦੇਸੀਆਂ ਨੂੰ ਕੀ ਮਿਲੇਗਾ? ਤੁਸੀਂ ਅਜੇ ਨਾ ਜਾਓ, ਕਰੋਨਾ ਕਾਰਨ ਸਭ ਕੁਝ ਠੱਪ ਹੋਇਆ। ਨਾ ਜੀ, ਫਿਰ ਜੀ ਮੈਨੂੰ 3 ਮਹੀਨੇ ਹੋ ਗਏ ਜਿੱਥੇ ਕੋਈ ਕੰਮ ਨਹੀਂ ਮਿਲ ਰਿਹਾ, ਫਿਰ ਉੱਥੋਂ ਟੈਲੀਫੋਨ ਕਰਨਗੇ ਵੀ ਜੋ ਤੁਹਾਨੂੰ ਕਿਹਾ ਸੀ ਵੀ ਉੱਥੇ ਕੰਮ ਨਹੀਂ ਮਿਲਦਾ, ਬੇਰੁਜ਼ਗਾਰੀ, ਤੁਸੀਂ ਨਾ ਜਾਓ। ਨਹੀਂ ਜਾਣਾ, ਫਿਰ ਸਰੀਰ ਵਿੱਚ ਹੁਣ ਹੋਰ ਕੀ ਹੋ ਸਕਦਾ? ਫਿਰ ਹੋਰ ਤਾਂ ਕੋਈ ਹੋਇਆ ਸਾਧਨ ਹੈ ਨਹੀਂ ਹੈ। ਇੱਕ ਨੂੰ ਮੈਂ ਕਿਹਾ, ਮੈਂ ਕਹਿੰਦਾ ਬਾਹਰ ਜਾਣਾ। ਮੈਂ ਬਾਹਰ ਜਾ ਕੀ ਕਰਾਂ? ਪੈਸਾ ਕਮਾਉਣਾ। ਮੈਂ ਤੈਨੂੰ ਇੱਥੇ ਅਮੀਰ ਕਰ ਦਿੰਦਾ। ਹੁਣ ਮੇਰੀ ਗੱਲ 'ਤੇ ਵਿਸ਼ਵਾਸ ਹੀ ਨਹੀਂ ਆਇਆ। ਨਹੀਂ ਜੀ ਮੈਂ ਤਾਂ ਬਾਹਰ ਜਾਣਾ। ਮੈਂ ਤੈਨੂੰ ਇੱਥੇ ਅਮੀਰ ਕਰ ਦਿੰਦਾ ਕਿ ਨਾ ਜੀ ਮੈਂ ਤਾਂ ਬਾਹਰ ਜਾਣਾ। ਭੱਜਾ ਦਫਾ ਹੋ। ਫਿਰ ਅਸੀਂ ਇੱਥੇ ਅਮੀਰ ਹੀ ਨਹੀਂ ਹੋਣਾ ਚਾਹੁੰਦੇ। ਬਾਣੀ ਕੀ ਨਹੀਂ ਕਰ ਸਕਦੀ? ਬਾਣੀ ਬਹੁਤ ਕੁਛ ਕਰ ਸਕਦੀ ਹੈ, ਨਾਮ ਬਹੁਤ ਕੁਛ ਕਰ ਸਕਦਾ ਹੈ। ਕਿਤੇ ਅਸੀਂ ਉੜਦੇ ਬੈਠਦੇ ਤੁਰਦੇ ਫਿਰਦੇ ਕਿਤੇ ਨਾਮ ਜਪਣ ਲੱਗ ਜਾਏ, ਜ਼ਿੰਦਗੀ ਬਦਲ ਜੇ ਸਾਲ ਦੇ ਵਿੱਚ ਵੀ ਸਾਡੀ ਜ਼ਿੰਦਗੀ ਬਦਲ ਜਾਏਗੀ ਅਗਰ ਅਸੀਂ 7-8 ਘੰਟੇ ਸਿਮਰਨ ਕਰਨਾ ਸ਼ੁਰੂ ਕਰ ਦਈਏ। ਉੜਦੇ ਬੈਠਦੇ ਤੁਰਦੇ ਫਿਰਦੇ ਲੇਟੇ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ। ਦੇਖਿਓ ਤੁਸੀਂ ਸਾਲ 2 ਸਾਲ ਜ਼ਿੰਦਗੀ ਕਿੰਨਾ ਪਰਿਵਰਤਨ ਆ ਜਾਏਗਾ, ਤੁਹਾਨੂੰ ਖੁਸ਼ੀ ਹੋਵੇਗੀ। ਫਿਰ ਤੁਸੀਂ ਵੀ ਦੂਜਿਆਂ ਨੂੰ ਕਹੋਗੇ ਨਾਮ ਜਪਿਆ ਕਰੋ। ਜਿਵੇਂ ਤੁਸੀਂ ਨਹੀਂ ਸੀ ਪਹਿਲਾਂ ਛੇਤੀ ਮੰਨਦੇ, ਦੂਜਿਆਂ ਨੇ ਵੀ ਛੇਤੀ ਨਹੀਂ ਮੰਨਣਾ ਹੈਗਾ। ਪਰ ਜਦੋਂ ਜਿਹੜੇ ਤੁਹਾਨੂੰ ਜਾਣਦੇ ਨੇ ਕਿ ਹਾਂ ਯਾਰ ਸਾਡੇ ਵਰਗੇ ਹੀ ਹੁੰਦਾ ਸੀ, ਪਰ ਨਾਮ ਜਪ ਕੇ ਸਾਡੇ ਤੋਂ ਕਿੰਨਾ ਅੱਗੇ ਲੰਘ ਗਿਆ, ਹੋ ਸਕਦਾ ਕਈਆਂ ਦੇ ਸਾੜਾ ਹੋ ਜਾਏਗਾ, ਇਹ ਸਾਡੇ ਤੋਂ ਅੱਗੇ ਕਿਉਂ ਲੰਘ ਗਿਆ। ਬਹੁਤਾ ਸਾੜਾ ਹੁੰਦਾ। ਮੈਂ ਦੇਖਿਆ ਬਹੁਤੇ ਨਾ ਰੀਸ ਨਹੀਂ ਕਰਦੇ, ਈਰਖਾ ਕਰਦੇ ਵੀ ਇਹ ਕਿਉਂ ਤਰੱਕੀ ਕਰ ਗਿਆ, ਇਹ ਡਾਊਨ ਹੋਣਾ ਚਾਹੀਦਾ, ਆਪ ਨਹੀਂ ਤਰੱਕੀ ਕਰਨੀ। ਈਰਖਾ ਇੱਥੋਂ ਹੀ ਨਿਕਲਦੀ ਹੈ। ਇੱਕ ਹੁੰਦੇ ਰੀਸ, ਇੱਕ ਹੁੰਦੇ ਈਰਖਾ। ਰੀਸ ਤਾਂ ਇਹ ਵੀ ਮੈਂ ਵੀ ਇਹੋ ਜਿਹਾ ਹੋਵਾਂ, ਇਹ ਰੀਸ ਕਰਨਾ। ਈਰਖਾ ਵੀ ਹਾਂ ਇਹ ਕਿਉਂ ਤਰੱਕੀ ਕਰ ਗਿਆ ਹੈ, ਇਹ ਡਾਊਨ ਹੋਣਾ ਚਾਹੀਦਾ। ਆ ਜਿੰਨੇ ਲੋਕ ਟੂਣੇ ਕਰਾਉਂਦੇ ਨੇ ਦੂਜਿਆਂ 'ਤੇ, ਆਹੀ ਮਤਲਬ ਹੈ। ਉਹ ਈਰਖਾਵਾਦੀ ਨੇ ਵੀ ਕਿਉਂ ਤਰੱਕੀ ਹੋ ਗਈ, ਹਾਏ ਹਾਏ ਇਹਨਾਂ ਦੇ ਘਰ ਪੁੱਤਰ ਕਿਉਂ ਹੋ ਗਿਆ, ਸਾਡੇ ਕਿਉਂ ਨਹੀਂ ਹੋਇਆ, ਇਹਨਾਂ ਦਾ ਮਰ ਜਾਣਾ ਚਾਹੀਦਾ, ਇਹਨਾਂ ਦਾ ਬਿਮਾਰ ਹੋ ਜਾਣਾ ਚਾਹੀਦਾ। ਬਸ ਉੱਤੋਂ ਵਧਾਈਆਂ ਭੈਣ ਜੀ, ਵਧਾਈਆਂ ਜੀ, ਪੁੱਤਰ ਅੰਦਰ, ਹਾਏ ਹੋਏ ਸਾਡੇ ਨਹੀਂ ਹੋਇਆ। ਤਾਂ ਹੀ ਸਿਆਣੇ ਕਹਿੰਦੇ ਜਦੋਂ ਬੱਚਾ ਪਾਸ ਹੁੰਦਾ ਨਾ, ਸਿਰਫ 2 ਨੂੰ ਖੁਸ਼ੀ ਹੁੰਦੀ ਹੈ, ਇੱਕ ਮਾਂ ਪਿਓ ਨੂੰ, ਇੱਕ ਟੀਚਰ ਨੂੰ, ਬਾਕੀ ਕਿਸੇ ਨੂੰ ਕੋਈ ਖੁਸ਼ੀ ਨਹੀਂ ਹੁੰਦੀ। ਝੂਠੀਆਂ ਵਧਾਈਆਂ ਹੁੰਦੀਆਂ ਬਾਕੀ ਸਭ ਦੀਆਂ। ਤੁਹਾਡੇ ਬੱਚੇ ਨੂੰ ਨੌਕਰੀ ਮਿਲੀ ਹੈ, ਟੀਚਰ ਨੂੰ ਖੁਸ਼ੀ ਹੋ ਕਿ ਮੇਰੇ ਸਟੂਡੈਂਟ ਨੂੰ ਨੌਕਰੀ ਮਿਲੀ ਹੈ, ਜਾਂ ਮਾਂ ਪਿਓ ਨੂੰ ਖੁਸ਼ੀ ਹੋਵੇਗੀ। ਬਾਕੀ ਵਧਾਈਆਂ ਦੇਣ ਆਉਣਗੇ, ਵਧਾਈਆਂ ਭੈਣ ਜੀ, ਭਰਾ ਜੀ, ਤੁਹਾਡੇ ਮੁੰਡੇ ਨੂੰ ਸਰਕਾਰੀ ਵਿੱਚ, ਹਾਏ ਹੋਏ ਸਾਡੇ ਨੂੰ ਨਹੀਂ ਮਿਲੀ, ਹਾਏ ਹੋਏ ਇਹਨੂੰ ਕਿਉਂ ਮਿਲ ਗਈ। ਸੋ ਇਸ ਲਈ ਇਹ ਹਾਏ ਹੋਏ ਤਾਂ ਕਰਦੇ ਹੀ ਰਹਿਣਾ ਲੋਕਾਂ ਨੇ, ਤੁਸੀਂ ਆਪਣਾ ਲੱਗੇ ਰਹਿਣਾ। ਨਾਮ ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ। ਜਿੰਨਾ ਸਮਾਂ ਮਿਲਦਾ
ਅਗਰ ਤੁਸੀਂ ਵਾਕਈ ਨਾਮ ਜਪਣਾ ਸ਼ੁਰੂ ਕਰ ਦਿਓ ਤਾਂ ਮੈਨੂੰ ਗੱਲ ਯਾਦ ਆ ਜੇ 1974 ਦੀ 26 ਤੇ 20 46 ਸਾਲ ਪਹਿਲਾਂ ਸੰਤ ਬਾਬਾ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਜਿਸ ਪਿੰਡ 'ਚ ਮੈਂ ਨੌਕਰੀ ਕਰਦਾ ਸੀ, ਉੱਥੇ ਉਹਨਾਂ ਨੇ 5 ਦਿਨ ਦੇ ਦੀਵਾਨ ਲਾਏ। ਪਿੰਡ ਵਾਲਿਆਂ ਮੈਨੂੰ ਸਟੇਜ ਸੈਕਟਰੀ ਬਣਾਤਾ, ਵੀ ਚਲੋ ਬੋਲਣਾ ਆਉਂਦਾ ਇਹਨਾਂ ਨੂੰ, ਸਟੇਜ ਸੈਕਟਰੀ ਬਣਾਤਾ। ਸਟੇਜ ਸੈਕਟਰੀ ਦਾ ਕਿਉਂਕਿ ਵਾਹ ਪੈਂਦਾ ਰਹਿੰਦਾ, ਇਸ ਲਈ ਮਹਾਂਪੁਰਖ ਥੋੜ੍ਹੇ ਜਾਣੂ ਹੋ ਗਏ। ਉਹ ਸਵੇਰੇ ਕਥਾ ਕਰਿਆ ਕਰਦੇ, ਸ਼ਾਮ ਨੂੰ ਜਿਹੜਾ ਹੈ ਦੀਵਾਨ ਲਾਇਆ ਕਰਦੇ ਸਨ। ਮੈਂ ਕਥਾ ਸੁਣ ਚਲੇ ਗਿਆ। ਮੈਂ ਚਲੋ ਵਿਹਲੇ ਹੀ, ਛੁੱਟੀਆਂ ਨੇ ਗਰਮੀਆਂ ਦੀਆਂ, ਵੀ 5 ਦਿਨਾਂ ਬਾਅਦ ਘਰ ਨੂੰ ਚਲੇ ਜਾਵਾਂਗੇ, ਚਲੋ ਇੱਥੇ ਨਾਲੇ ਦੀਵਾਨ ਅਟੈਂਡ ਕਰਦੇ ਆ, ਨਾਲੇ ਸਵੇਰੇ ਗੁਰੂ ਗ੍ਰੰਥ ਦੀ ਕਥਾ ਕਰਦੇ, ਇਹ ਸੁਣਦੇ ਆ। ਧਾਰਮਿਕ ਤਾਂ ਮੈਂ ਹੈ ਹੀ ਸੀ। ਇੱਕ ਦਿਨ ਸਹਿਜ ਸੁਭਾ ਕਹਿੰਦੇ, ਭਾਈ ਜਿਹੜਾ 1 ਘੰਟਾ ਸਿਮਰਨ ਕਰੇ ਨਾ, ਪਰਮਾਤਮਾ ਨੂੰ 2 ਘੰਟੇ ਦੀ ਵੇਹਲ ਦਿੰਦੇ। ਹੁਣ ਮੈਂ ਵਿੱਚ ਟੀਚਰ ਬੈਠਾ ਸੀ, ਬਾਕੀ ਤਾਂ ਦੂਜੇ ਸਨ ਵਿਚਾਰੇ। ਮੈਂ ਕਿ ਜਿਹੜਾ 2 ਘੰਟੇ ਸਿਮਰਨ ਕਰੇ, ਕਹਿੰਦੇ ਪਰਮਾਤਮਾ ਨੂੰ 4 ਘੰਟੇ ਦੀ ਵੇਹਲ ਦਿੰਦਾ। ਮੈਂ ਕਿ ਜਿਹੜਾ 4 ਘੰਟੇ ਸਿਮਰਨ ਕਰੇ, ਕਹਿੰਦੇ ਪਰਮਾਤਮਾ ਨੂੰ 8 ਘੰਟੇ ਦੀ ਵੇਹਲ ਦਿੰਦਾ। ਮੈਂ ਕਿ ਜਿਹੜਾ 8 ਘੰਟੇ ਸਿਮਰਨ ਕਰੇ, ਕਹਿੰਦੇ ਪਰਮਾਤਮਾ ਨੂੰ 16 ਘੰਟੇ ਦੀ ਵੇਹਲ ਦਿੰਦਾ। ਮੈਂ ਅੱਗੇ ਲੱਗੇ ਸੀ ਬੋਲਣ, ਕਹਿੰਦੇ ਭਾਈ ਅਸੀਂ ਸਮਝ ਗਏ। ਜਿਹੜਾ ਹਰ ਵਕਤ ਸਿਮਰਨ ਕਰੇ, ਉਸ ਨੇ ਫਿਰ ਕੋਈ ਕੰਮ ਨਹੀਂ ਕਰਨਾ ਹੁੰਦਾ, ਪਰਮਾਤਮਾ ਉਸ 'ਤੇ ਉਹਨਾਂ ਦੇ ਸੇਵਾਦਾਰ ਲਾ ਦਿੰਦਾ। ਬਸ ਸੇਵਾਦਾਰ ਹੀ ਉਹਨਾਂ ਦਾ ਕੰਮ ਕਰਦੇ, ਉਹਨੂੰ ਆਪ ਕੁਛ ਨਹੀਂ ਕਰਨਾ ਹੁੰਦਾ, ਜਿਹੜਾ ਹਰ ਵਕਤ ਸਿਮਰਨ ਕਰਦਾ। ਔਰ ਬਿਲਕੁਲ ਠੀਕ ਹੈ, ਔਰ ਇਹ ਗੱਲ ਉਹਨਾਂ ਦੀ ਬਿਲਕੁਲ ਠੀਕ ਸੀ। ਤੁਸੀਂ ਸਿਮਰਨ ਕਰਨਾ ਸ਼ੁਰੂ ਕਰ ਦਿਓ, ਵੇਹਲ ਆਪੇ ਦੇਵੇਗਾ ਪਰਮਾਤਮਾ ਤੁਹਾਨੂੰ। ਜੇ ਸਿਮਰਨ ਨਹੀਂ ਕਰੋਗੇ ਤਾਂ ਫਿਰ ਜੀ ਮੈਨੂੰ ਤਾਂ ਸਿਰ ਖੁਰਕਣ ਦੀ ਵੇਲ ਨਹੀਂ ਹੈ ਜੀ, ਫਿਰ ਐਂ ਕਹੀ ਜਾਓਗੇ, ਫਿਰ ਐਂ ਕਹੀ ਜਾਓਗੇ। ਸਿਮਰਨ ਸ਼ੁਰੂ ਕਰ ਦਿਓ, ਟਾਈਮ ਮਿਲੇਗਾ। ਆਰ ਕਰ ਮਹਾਂਪੁਰਖਾਂ ਨੇ ਬਚਨ ਕਹੇ ਨੇ, ਕੋਈ ਸਧਾਰਨ ਬੰਦੇ ਥੋੜ੍ਹੇ ਕਹੇ ਹੋਏ ਨੇ ਜੀ, ਜਿਹਨਾਂ ਸਾਰੀ ਉਮਰ ਜਿਹੜਾ ਹੈ ਸੰਥਿਆ ਦਿੰਦੇ ਲੰਘੀ, ਟਕਸਾਲ ਦੇ ਸਾਨੂੰ। ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਤੋਂ ਬਾਅਦ ਫਿਰ ਇੱਕ ਸੰਤ ਕਰਤਾਰ ਸਿੰਘ ਜੀ ਹੋਏ ਅਤੇ ਸੰਤ ਮੋਹਨ ਸਿੰਘ ਜੀ ਹੋਏ। ਸੰਤ ਕਰਤਾਰ ਸਿੰਘ ਕਾਫੀ ਦੇ ਗਏ, ਸਰੀਰ ਤਿਆਗ ਗਏ। ਸੰਤ ਮੋਹਨ ਸਿੰਘ ਅਜੇ ਵੀ ਉਹਨੇ 100 ਸਾਲ ਤੋਂ ਉੱਪਰ ਉਮਰ ਹੋ ਗਈ ਹੈ। ਅਗਲਿਆਂ ਦੇ ਕਮਾਏ ਹੋਏ ਬਚਨ ਨੇ, ਪ੍ਰੈਕਟੀਕਲ ਬਚਨ ਨੇ। ਗੁਰਬਾਣੀ ਸਾਰੀ ਪ੍ਰੈਕਟੀਕਲ ਹੈ। ਅਗਲਾ ਪਹਿਲਾਂ ਪ੍ਰੈਕਟੀਕਲ ਕਰਕੇ ਦੇਖਿਆ ਹੋਇਆ ਗੁਰੂ ਮਹਾਰਾਜ ਨੇ, ਫਿਰ ਉਹਨਾਂ ਗੱਲ ਕਹੀ ਹੈ। ਮੈਨੂੰ ਬਾਣੀ 'ਚ ਵਿਸ਼ਵਾਸ ਸ਼ੁਰੂ ਤੋਂ ਹੀ ਸੀ, ਪਰ ਕਈ ਗੱਲਾਂ ਮੇਰੀ ਸਮਝ ਤੋਂ ਉੱਪਰ ਵਾਲੀਆਂ ਸਨ, ਮੈਨੂੰ ਸਮਝ ਨਹੀਂ ਸੀ ਆਉਂਦੀਆਂ। ਜਿਵੇਂ ਮੈਂ ਤੁਹਾਨੂੰ ਇੱਕ ਵਾਰੀ ਕਿਹਾ ਸੀ, ਬਾਣੀ 'ਚ ਲਿਖਿਆ, ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ। ਵੀ ਇਹ ਪਰਮਾਤਮਾ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਮੇਰਾ ਮਨ ਤੈਨੂੰ ਯਾਦ ਕਰਦਾ ਰਹਿੰਦਾ। ਮੈਂ ਸੋਚਿਆ ਉੱਠਦਿਆਂ ਬੈਠਦਿਆਂ ਜਾਗਦਿਆਂ ਤਾਂ ਮੰਨਿਆ, ਸੁੱਤਿਆਂ ਕਿਵੇਂ ਹੋ ਸਕਦਾ ਹੈ? ਵੀ ਸੁੱਤਿਆਂ ਕਿਵੇਂ ਸਿਮਰਨ ਹੋ ਸਕਦਾ? ਮੇਰੇ ਮਨ 'ਚ ਹੀ ਰਿਹਾ। ਇਹ 1971 'ਚ ਮੈਂ ਪੜ੍ਹਿਆ ਬਾਣੀ 'ਚ। 78 ਤੱਕ ਮੇਰੇ, ਕਿਉਂ ਮੈਂ ਪਿੰਡਾਂ ਸਰਵਿਸ ਕਰਦਾ ਸੀ, ਕੋਈ ਹੈ ਹੀ ਨਹੀਂ ਸੀ ਮੇਰੇ ਮਨ ਦੇ ਸ਼ੰਕੇ ਦੂਰ ਕਰਨ ਵਾਲਾ, ਅਤੇ ਕਿਸੇ ਕਿਤਾਬ 'ਚ ਵੀ ਇਹ ਨਹੀਂ ਸੀ ਲਿਖਿਆ ਹੋਇਆ। ਅਰਥ ਕੀਤੇ ਸਨ, ਅਰਥ ਤਾਂ ਮੈਂ ਤੁਹਾਨੂੰ ਸੁਣਾ ਹੀ ਦਿੱਤੇ ਨੇ। ਨਿਰੇ ਅਰਥਾਂ ਨਾਲ ਨਹੀਂ ਗੱਲ ਬਣਦੀ, ਜਿੰਨਾ ਚਿਰ ਕੋਈ ਸ਼ੰਕਾ ਦੂਰ ਕਰਨ ਵਾਲਾ ਵੀ ਨਾ ਹੋਵੇ। ਆ ਕਥਾ ਇਸ ਲਈ ਸੁਣਦੇ ਹਾਂ, ਕਿਤਾਬਾਂ 'ਚ ਇੰਨੀ ਲੰਮੀ ਚੌੜੀ ਕਥਾ ਨਹੀਂ ਹੁੰਦੀ, ਉੱਥੇ ਅਰਥ ਦਿੱਤੇ ਹੁੰਦੇ ਨੇ, ਉਹ ਡਿਟੇਲ ਨਹੀਂ ਦਿੱਤੀ ਹੁੰਦੀ। ਜਿਹੜਾ ਕਥਾਕਾਰ ਹੈ ਉਹ ਡਿਟੇਲ ਦੇ ਵਿੱਚ ਗੱਲ ਸਮਝਾਉਂਦਾ ਹੈ। ਮੇਰੀ ਹੋ ਗਈ ਸ਼ਾਦੀ 1978 'ਚ। ਸ਼ਾਦੀ ਤੋਂ 7-8 ਦਿਨਾਂ ਬਾਅਦ ਮੇਰੀ ਘਰ ਵਾਲੀ ਮੈਨੂੰ ਕਹਿੰਦੀ, ਤੁਸੀਂ ਇਹ ਰਾਤ ਨੂੰ ਸੌਂਦੇ ਨਹੀਂ? ਮੈਂ ਨਹੀਂ, ਮੇਰੀ ਤਾਂ ਸ਼ੁਰੂ ਤੋਂ ਆਦਤ ਹੈ, ਚੌਥੀ ਜਮਾਤ ਤੋਂ, 1954 ਤੋਂ। ਉਦੋਂ ਦਾ ਮੈਂ ਰਾਤ ਨੂੰ 10 ਵਜੇ ਸੌਣਾ, ਸਵੇਰੇ 4 ਵਜੇ ਉੱਠਦਾ, ਮੇਰੀ ਇਹੀ ਆਦਤ ਹੈ। ਮੈਂ ਕਿਉਂ? ਕਹਿੰਦੇ ਜਦੋਂ ਮੈਂ ਪਾਸਾ ਪਲਟਦੀ ਹਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਹੁੰਦੇ ਹੋ। ਮੈਂ ਮੇਰੀ ਜਿਹੜੀ ਸਮੱਸਿਆ ਹੈ ਅੱਜ ਹੱਲ ਹੋ ਗਈ ਹੈ। ਮੈਨੂੰ 7 ਸਾਲ ਹੋ ਗਏ, ਮੈਨੂੰ ਜਵਾਬ ਨਹੀਂ ਸੀ ਮਿਲ ਰਿਹਾ।
ਅੱਜ ਮੈਨੂੰ ਜਵਾਬ ਮਿਲਿਆ, ਜੇ ਤੁਸੀਂ ਦਿਨੇ ਘੰਟਿਆਂ ਬੱਧੀ ਸਿਮਰਨ ਕਰਦੇ ਹੋ ਨਾ, ਰਾਤ ਨੂੰ ਆਪੇ ਹੀ ਹੁੰਦਾ ਰਹਿੰਦਾ। ਤੁਹਾਨੂੰ ਸਿਮਰਨ ਕਰਨ ਦੀ ਰਾਤ ਨੂੰ ਲੋੜ ਨਹੀਂ, ਉਹ ਚਾਲੂ ਹੋ ਜਾਂਦਾ, ਆਪਣੇ ਆਪ ਹੀ ਹੁੰਦਾ ਰਹਿੰਦਾ। ਤਾਂ ਗੁਰੂ ਮਹਾਰਾਜ ਨੇ ਲਿਖਿਆ। ਮੈਨੂੰ ਇਹ ਨਹੀਂ ਸੀ ਕਿ ਕੋਈ ਗੱਲ ਗਲਤ ਲਿਖੀ ਹੋਈ ਹੈ, ਇਹ ਨਹੀਂ ਸੀ ਮੇਰੇ ਮਨ 'ਚ ਕਦੇ ਆਈ, ਨਾ ਅੱਜ ਤੱਕ ਆਈ ਹੈ। ਜਦੋਂ ਦਾ 1971 ਤੋਂ ਬਾਣੀ ਪੜ੍ਹ ਰਹੇ ਵੀ ਬਾਣੀ ਜੋ ਲਿਖਿਆ ਹੈ ਸਭ ਪ੍ਰੈਕਟੀਕਲ ਹੈ, ਜੋ ਲਿਖਿਆ ਸਭ ਕੁਛ ਹੋ ਸਕਦਾ ਹੈ, ਪਰ ਸਿਰਫ ਇੰਨੀ ਸਮਝ ਨਹੀਂ ਸੀ ਵੀ ਰਾਤ ਨੂੰ ਕਿਵੇਂ ਸੁੱਤਿਆ ਪਿਆ ਕਿਵੇਂ ਸਿਮਰਨ ਹੋ ਸਕਦਾ ਹੈ। ਚਲੋ ਜਾਗਦੇ ਤਾਂ ਬੰਦਾ ਕਰਦਾ ਰਿਹਾ, ਸੁੱਤੇ ਕਿਵੇਂ ਕਰਦੇ, ਉਹ ਹੱਲ ਹੋ ਗਿਆ। ਤਾਂ ਉਹ ਮੈਂ ਤੁਹਾਨੂੰ ਦੱਸਿਆ ਕਿ ਅਗਰ ਤੁਸੀਂ ਘੰਟਿਆਂ ਬੱਧੀ ਦਿਨੇ ਸਿਮਰਨ ਕਰਦੇ ਰਹੋਗੇ, ਰਾਤ ਨੂੰ ਆਪਣੇ ਆਪ ਹੀ ਹੁੰਦਾ ਰਹੇਗਾ, ਆਪ ਹੀ ਫਿਰ ਹਰ ਵਕਤ ਦਾ ਸਿਮਰਨ ਹੋ ਗਿਆ ਨਾ। ਇਸ ਲਈ ਸਿਮਰਨ ਕਰਦੇ ਰਹੀਦਾ ਹੁੰਦਾ। ਆਈ ਅਸੀਂ ਸਿਮਰਨ ਕਰਨ, ਹੋਰ ਅਵਰ ਕਾਜ ਤੇਰੇ ਕਿਤੇ ਨਾ ਕੰਮ, ਉਹ ਤਾਂ ਕਿਸੇ ਕੰਮ ਹੀ ਕੋਈ ਨਹੀਂ ਹੈਗੇ। ਸਾਨੂੰ ਤਾਂ ਸਿਰਫ ਪਰਮਾਤਮਾ ਨੇ ਭਜਨ ਬੰਦਗੀ ਲਈ ਭੇਜਿਆ ਸੰਸਾਰ 'ਤੇ। ਇਸ ਲਈ ਭਜਨ ਬੰਦਗੀ ਦਾ ਗਿਆਨ ਕਿੱਥੋਂ ਹੋਏਗਾ? ਜਦ ਅਸੀਂ ਗੁਰੂ ਦੀ ਸੰਗਤ ਕਰਾਂਗੇ। ਹੁਣ ਤੁਹਾਨੂੰ ਗਿਆਨ ਹੋ ਰਿਹਾ ਨਾ, ਸਤਸੰਗ ਕਰ ਰਹੇ ਹੋ, ਸਤ ਸੰਗਤ ਤੋਂ ਹੀ ਅੱਗੇ ਗਿਆਨ ਹੁੰਦਾ ਹੈ। ਉਹ ਫਿਰ ਗਿਆਨ ਦੇ ਅਨੁਸਾਰ ਬੰਦਾ ਕਰਮ ਕਰਦਾ ਹੈ। ਜਦੋਂ ਗਿਆਨ ਦੇ ਅਨੁਸਾਰ ਕਰਮ ਕਰਦਾ, ਫਿਰ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ। ਨਿਰੇ ਗਿਆਨ ਨੇ ਸਾਡੀ ਜ਼ਿੰਦਗੀ ਨਹੀਂ ਬਦਲਣੀ, ਸਾਡੀ ਜ਼ਿੰਦਗੀ ਸਾਡੇ ਕਰਮਾਂ ਨੇ ਬਦਲਣੀ ਹੈ। ਸਾਡੇ ਕਰਮ ਜਿਹੜੇ ਨੇ ਇਹ ਸਾਡੀ ਜ਼ਿੰਦਗੀ ਨੂੰ ਚੰਗਿਆਂ ਜਾਂ ਮਾੜਿਆਂ ਬਣਾਉਂਦੇ ਨੇ, ਨਿਰਾ ਗਿਆਨ ਨਹੀਂ ਹੈਗਾ। ਗਿਆਨ ਹੈ ਸਿਮਰਨ ਕਰਨਾ ਚਾਹੀਦਾ ਜੀ, ਵੱਧ ਤੋਂ ਵੱਧ ਕਰਨਾ ਚਾਹੀਦਾ ਜੀ, ਫਿਰ ਬੰਦਾ ਦਾਤਾ ਬਣ ਜਾਏਗਾ ਜੀ, ਉਹ ਮੰਗਤਾ ਨਹੀਂ ਰਹੇਗਾ ਜੀ। ਗਿਆਨ ਹੋ ਗਿਆ ਪਰ ਸਿਮਰਨ ਕਰਨਾ ਹੀ ਨਹੀਂ, ਦਾਤੇ ਬਣਨੇ ਹੀ ਨਹੀਂ। ਗਿਆਨ ਨੂੰ ਕੀ ਕਰੋਗੇ ਨਿਰਾ? ਗਿਆਨ ਉਹੀ ਲਾਭਦਾਇਕ ਹੁੰਦਾ ਜਿਸ ਦੀ ਅਸੀਂ ਜ਼ਿੰਦਗੀ 'ਚ ਵਰਤੋਂ ਕਰ ਰਹੇ ਹਾਂ। ਜੇ ਗਿਆਨ ਦੀ ਵਰਤੋਂ ਹੀ ਨਹੀਂ ਕਰਨੀ, ਫਿਰ ਕੀ ਫਾਇਦਾ ਨਹੀਂ ਕਿਤਾਬਾਂ ਨੂੰ ਰੱਟੇ ਲਾਈ ਜਾਣ ਦਾ ਜੀ। ਪਾਂਡਵ ਅਤੇ ਕੌਰਵ ਪੜ੍ਹਨ ਜਾਂਦੇ ਨੇ ਆਪਣੇ ਗੁਰੂ ਕੋਲ। ਪਹਿਲੇ ਦਿਨ ਹੀ ਜਿਹੜਾ ਗੁਰੂ ਹੈ ਉਹਨੇ ਲੈਸਨ ਦਿੱਤਾ, ਕ੍ਰੋਧ ਵਿੱਚ ਨਾ ਆਓ। ਹੈਡਿੰਗ ਸੀ ਲੈਸਨ ਦਾ, ਕ੍ਰੋਧ ਵਿੱਚ ਨਾ ਆਓ। ਪੜ੍ਹਾਤਾ ਲੈਸਨ। ਟੀਚਰ ਨੇ ਕਿਹਾ ਕੱਲ੍ਹ ਨੂੰ ਯਾਦ ਕਰਕੇ ਆ। ਸਾਰਿਆਂ ਨੇ ਸੁਣਾਤਾ। ਜਿਹੜਾ ਸਭ ਤੋਂ ਵੱਡਾ ਭਰਾ ਯੁਧਿਸ਼ਠਰ ਸੀ, ਉਹ ਕਹਿੰਦੇ ਮੈਨੂੰ ਯਾਦ ਨਹੀਂ ਹੋਇਆ ਜੀ। ਟੀਚਰ ਥੋੜ੍ਹਾ ਨਾਰਾਜ਼ ਹੋਇਆ, ਤੂੰ ਵੱਡਾ ਹੈ, ਆ ਤੇਰੇ ਛੋਟੇ ਭਰਾਵਾਂ ਨੇ ਸੁਣਾਤਾ, ਤੂੰ ਯਾਦ ਨਹੀਂ ਕੀਤਾ। ਚਲੋ ਫਿਰ ਟੀਚਰ ਨੇ ਫਿਰ ਪੜ੍ਹਾਤਾ। ਅਗਲੇ ਦਿਨ ਫਿਰ ਸਾਰਿਆਂ ਨੇ ਸੁਣਾਤਾ। ਯੁਧਿਸ਼ਠਰ ਕਹਿੰਦਾ ਮੈਨੂੰ ਤਾਂ ਯਾਦ ਨਹੀਂ ਹੋਇਆ। ਟੀਚਰ ਹੋਰ ਨਾਰਾਜ਼ ਹੋਇਆ, ਫਿਰ ਪੜ੍ਹਾਤਾ ਹੈ। ਅਗਲੇ ਦਿਨ ਯੁਧਿਸ਼ਠਰ ਕਹਿੰਦਾ ਮੈਨੂੰ ਇਹ ਯਾਦ ਨਹੀਂ ਹੋਇਆ। ਟੀਚਰ ਨੂੰ ਚੜ੍ਹਿਆ ਗੁੱਸਾ, 2-4 ਰਖੜੇ ਮਾਰੇ। ਕਹਿੰਦੇ ਜੀ ਹੁਣ ਯਾਦ ਹੋ ਗਿਆ। ਕਹਿੰਦਾ ਅੱਛਾ ਕੁੱਟ ਖਾ ਕੇ ਯਾਦ ਹੋਇਆ? ਕਹਿੰਦਾ ਨਹੀਂ ਜੀ, ਤੁਸੀਂ ਕਿਹਾ ਸੀ ਕ੍ਰੋਧ ਵਿੱਚ ਨਾ ਆਓ, ਤੁਸੀਂ ਕ੍ਰੋਧ 'ਚ ਆ ਕੇ ਮੈਨੂੰ ਕੁੱਟਿਆ, ਪਰ ਮੈਨੂੰ ਅੱਗੇ ਕ੍ਰੋਧ ਨਹੀਂ ਚੜ੍ਹਿਆ। ਬਸ ਮੈਨੂੰ ਅੱਜ ਲੈਸਨ ਯਾਦ ਹੋ ਗਿਆ। ਇਹਨੂੰ ਕਹਿੰਦੇ ਪੜ੍ਹਾਈ। ਜਿਹੜਾ ਕਹਿੰਦਾ ਕ੍ਰੋਧ 'ਚ ਨਾ ਹੋ, ਉਹਨੂੰ ਕ੍ਰੋਧ ਆ ਗਿਆ, ਉਹ ਕੁੱਟ ਰਿਹਾ ਕ੍ਰੋਧ 'ਚ ਆ ਕੇ। ਦੂਜਾ ਆਰਾਮ ਨਾਲ ਕੁੱਟ ਖਾ ਰਿਹਾ ਹੈ, ਕਹਿੰਦਾ ਹਾਂ ਅੱਜ ਮੈਨੂੰ ਯਾਦ ਹੋ ਗਿਆ। ਇਹ ਹੈ ਪ੍ਰੈਕਟੀਕਲ। ਥਿਓਰੀ ਹੈ ਕ੍ਰੋਧ 'ਚ ਨਾ ਹੋ। ਥਿਓਰੀ ਤਾਂ ਯੁਧਿਸ਼ਠਰ ਨੂੰ ਆਉਂਦੀ ਹੋਈ ਸੀ, ਉਹ 'ਚ ਕਿਹੜੀ ਗੱਲ ਸੀ? ਥਿਓਰੀ ਤਾਂ ਉਹਨੂੰ ਆਉਂਦੀ ਸੀ, ਪਰ ਉਹ ਕਹਿੰਦਾ ਸੀ ਵੀ ਵਾਕਈ ਮੇਰਾ ਜੀਵਨ ਇਸ ਤਰ੍ਹਾਂ ਦਾ ਹੋ ਜਾਏ ਕਿ ਮੈਨੂੰ ਕੋਈ ਕਿੰਨੇ ਹੀ ਝਿੜਕੇ ਕੁੱਟੇ ਮਾਰੇ, ਮੈਨੂੰ ਕ੍ਰੋਧ ਨਾ ਆਵੇ। ਅਤੇ ਫਿਰ ਉਹਨੂੰ ਕ੍ਰੋਧ ਨਹੀਂ ਆਇਆ। ਕਹਿੰਦਾ ਜੀ ਅੱਜ ਮੈਨੂੰ ਪਾਠ ਆ ਗਿਆ ਹੈ। ਇਹ ਹੈ, ਜਿੰਨਾ ਚਿਰ ਅਸੀਂ ਪ੍ਰੈਕਟੀਕਲ ਨਹੀਂ ਕਰਦੇ, ਪ੍ਰਾਪਤੀ ਕੁਛ ਨਹੀਂ ਹੋਇਆ ਕਰਦੇ। ਹਾਂ ਮਾਇਆ ਜ਼ਰੂਰ ਮਿਲ ਜਾਏਗੀ। ਮੈਂ ਪਾਠ ਕੀਤਾ ਹੈ, ਪੈਸੇ ਅਗਲੇ ਦਿੱਤੇ ਪਾਠ ਦੇ, ਪਾਠੀ ਨੂੰ ਆਪਾਂ ਦਿੰਦੇ ਹੀ ਹਾਂ। ਪਾਠੀ ਪਾਠ ਕਰਦੇ ਨੇ, ਆਪਾਂ ਨੂੰ ਪੈਸੇ ਦਿੰਦੇ। ਕੀਰਤਨੀਏ ਕੀਰਤਨ ਕਰਦਾ, ਆਪਾਂ ਨੂੰ ਪੈਸੇ ਦਿੰਦੇ। ਕਥਾਕਾਰ ਕਥਾ ਕਰਦਾ, ਆਪਾਂ ਨੂੰ ਪੈਸੇ ਦਿੰਦੇ। ਪੈਸੇ ਤਾਂ ਕਮਾ ਲਏਗਾ ਉਹ, ਪਰ ਉਹਦੀ ਜ਼ਿੰਦਗੀ ਨਹੀਂ ਬਦਲੇਗੀ ਜਿੰਨਾ ਚਿਰ ਜੋ ਬਾਣੀ ਕਹਿੰਦੀ ਉਸ ਤਰ੍ਹਾਂ ਆਪ ਨਹੀਂ ਕਰਦਾ। ਜ਼ਿੰਦਗੀ ਨਹੀਂ ਬਦਲੇਗੀ, ਉੱਥੇ ਖੜੀ ਰਹੇਗੀ। ਉਹਦਾ ਕੀ ਫਾਇਦਾ? ਮਾਇਆ ਤਾਂ ਕਮਾ ਲਈ, ਜ਼ਿੰਦਗੀ ਬਦਲੀ ਨਹੀਂ। ਜ਼ਿੰਦਗੀ ਬਦਲੇਗੀ ਤਾਂ ਸਾਡੀ ਕਿਸਮਤ ਬਦਲੇਗੀ।
ਕਰਮਾਂ ਨੇ ਸਾਡੀ ਕਿਸਮਤ ਬਣਾਉਣੀ ਹੈ। ਜਿਹੋ ਜਿਹੇ ਕਿਸੇ ਦੇ ਕਰਮ ਉਹੋ ਜਿਹੀ ਉਹਦੀ ਕਿਸਮਤ। ਜੇ ਮੈਂ ਕੰਮ ਹੀ ਭੈੜੇ ਕਰਦਾ ਤਾਂ ਮੈਂ ਆਪੇ ਹੀ ਮੇਰੀ ਕਿਸਮਤ ਮਾੜੀ ਹੋ ਜਾਣੀ। ਅਤੇ ਜਿਹੜਾ ਬੰਦਾ ਸ਼ੁਭ ਕਰਮ ਕਰਦਾ ਉਹਦੀ ਕਿਸਮਤ ਆਪੇ ਸਮਾਂ ਪਾ ਕੇ ਚੰਗੀ ਹੋ ਜਾਣੀ। ਇਸ ਲਈ ਬਾਣੀ ਦੋ ਹੀ ਗੱਲਾਂ 'ਤੇ ਜ਼ੋਰ ਦਿੰਦੀ ਹੈ, ਸ਼ੁਭ ਕਰਮ ਕਰੋ, ਨਾਮ ਜਪੋ। ਬਸ ਆਹੀ ਦੋ ਗੱਲਾਂ ਨੇ। ਕਿਤੇ ਸਾਨੂੰ ਆ ਜਾਣ 2-4 ਸਾਲਾਂ 'ਚ ਵੀ, ਹਾਂਜੀ, ਵੀ ਆਹੀ ਦੋ ਗੱਲਾਂ ਨੇ। ਇਹਨਾਂ ਦੋ ਗੱਲਾਂ ਦੀ ਹੀ ਸਾਰੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਡਿਟੇਲ 'ਚ ਸਮਝਾਈਆਂ ਹੋਈਆਂ। ਬਸ ਹੋਰ ਕੀ ਹੈ। ਕਬੀਰ ਸਾਹਿਬ ਰੋਜ਼ ਹੀ ਕਹਿੰਦੇ ਭਾਈ ਸਤਸੰਗ ਕਰੋ, ਨਾਮ ਜਪੋ। ਭਾਈ ਕਹਿੰਦੇ ਨੇ ਇਹੀ ਸਿੱਖਣਾ, ਇਹੀ ਕਰਨਾ। ਕਹਿੰਦੇ ਕਬੀਰ ਜਗ ਮੈਂ ਚੇਤਿਓ ਜਾਣ ਕੇ ਜਗ ਮੈਂ ਰਹਿਓ ਸਮਾਏ। ਕਹਿੰਦਾ ਮੈਂ ਤਾਂ ਪਰਮਾਤਮਾ ਇਸ ਸੰਸਾਰ 'ਚ ਰਹਿ ਕੇ ਨਾਮ ਜਪਿਆ, ਕਿਉਂਕਿ ਮੈਨੂੰ ਪਤਾ ਹੈ ਪਰਮਾਤਮਾ ਇਸ ਸੰਸਾਰ ਦੇ ਵਿੱਚ ਹੀ ਰਹਿੰਦਾ। ਜਿਨ ਹਰ ਕਾ ਨਾਮ ਨਾ ਚੇਤਿਓ ਬਾਧੈ ਜਨਮੇ ਆਏ। ਬਾਧੈ ਦਾ ਵਿਅਰਥ। ਜਿਨ੍ਹਾਂ ਨੇ ਨਾਮ ਹੀ ਨਹੀਂ ਜਪਿਆ, ਸਮਝੋ ਉਹਨੇ ਵਿਅਰਥ ਜਨਮ ਲਿਆ। ਤਾਂ ਉਹਨਾਂ ਦਾ ਮਨੁੱਖਾ ਜੀਵਨ ਵਿਅਰਥ ਹੈ, ਕਿਸੇ ਕੰਮ ਦਾ ਨਹੀਂ। ਐਵੇਂ ਗਿਆ ਜੀਵਨ, ਐਵੇਂ ਜੀਵਨ ਗਿਆ। ਕਰੋੜਾਂ ਰੁਪਏ ਭਾਵੇਂ ਤੁਹਾਡੇ ਕੋਲ ਨੇ, ਪਰਮਾਤਮਾ ਦੀ ਨਜ਼ਰਾਂ ਤੁਹਾਡੀ ਦੁਆਨੀ ਕੀਮਤ ਨਹੀਂ ਹੈ। ਤੁਹਾਡੇ ਕੋਲ ਕਰੋੜਾਂ ਰੁਪਈਏ ਨੇ, ਅਰਬਾਂ ਨੇ, ਖਰਬਾਂ ਵੀ ਹੋ ਸਕਦੇ ਨੇ। ਸਾਡੇ ਦੇਸ਼ ਕੁਝ ਲੋਕ ਨੇ ਜਿਨ੍ਹਾਂ ਕੋਲ ਖਰਬਾਂ ਰੁਪਈਏ ਨੇ। 100 ਕਰੋੜ ਦਾ ਇੱਕ ਅਰਬ ਹੁੰਦਾ ਹੈ, 100 ਅਰਬ ਦਾ ਇੱਕ ਖਰਬ ਹੁੰਦਾ ਹੈ। ਖਰਬਾਂ ਰੁਪਈਏ ਨੇ। ਪਰ ਜਦੋਂ ਉਹ ਜਾਣਗੇ ਆਪਣਾ ਹਿਸਾਬ ਕਿਤਾਬ ਧਰਮਰਾਜ ਕੋਲੇ, ਉਹਨਾਂ ਦਾ ਕੁਟਾਪਾ ਹੋਣਾ ਕਿ ਤੁਸੀਂ ਨਾਮ ਕਿਉਂ ਨਹੀਂ ਜਪਿਆ। ਤੁਹਾਨੂੰ ਤਾਂ ਮੈਂ ਨਾਮ ਜਪਣ ਭੇਜਿਆ ਸੀ, ਤੁਸੀਂ ਅਰਬਾਂ ਖਰਬਾਂ ਹੀ ਇਕੱਠਾ ਕਰਦੇ ਰਹੇ ਹੋ। ਉਹ ਤਾਂ ਕਿਤੇ ਜਨਮ ਹੀ ਵਿਅਰਥ ਚਲੇ ਗਿਆ। ਬਾਧੈ ਜਨਮੇ ਆਏ। ਉਹ ਤਾਂ ਮਨੁੱਖਾ ਜੀਵਨ 'ਚ ਵਿਅਰਥ ਆਏ ਜਿਹਨੇ ਨਾਮ ਹੀ ਨਹੀਂ ਜਪਿਆ। ਧਰਮ ਅਨੁਸਾਰ ਮਨੁੱਖਾ ਜੀਵਨ ਦੇ ਮਿਲੇ ਹੀ ਨਾਮ ਜਪਣ ਲਈ ਹੈ। ਅਤੇ ਜਿਹੜੇ ਨਾਮ ਨਹੀਂ ਜਪਦੇ, ਕਬੀਰ ਸਾਹਿਬ ਕਹਿੰਦੇ ਉਹਨਾਂ ਦਾ ਜਨਮ ਹੀ ਵਿਅਰਥ ਚਲਿਆ ਗਿਆ। ਉਹ ਵਿਅਰਥ ਹੀ ਇਸ ਸੰਸਾਰ 'ਚ ਆਏ। ਉਹਨਾਂ ਦਾ ਆਉਣਾ ਯੂਜ਼ਲੈਸ ਰਿਹਾ। ਕਬੀਰ ਆਸਾ ਕਰੀਐ ਰਾਮ ਕੀ, ਅਵਰੈ ਆਸ ਨਿਰਾਸ। ਨਰਕ ਪਰਹਿ ਤੇ ਮਾਨੀ, ਜੋ ਹਰ ਨਾਮ ਉਦਾਸ। ਮਾਨ ਈ ਈੜੀ ਨੂੰ ਬਿਹਾਰੀ ਬਿੰਦੀ। ਮਾਨ ਈ ਮਨੁੱਖ ਨੂੰ ਕਹਿੰਦੇ ਨੇ, ਮਨੁੱਖਾਂ ਨੂੰ ਮਾਨੀ ਕਹਿੰਦੇ ਨੇ। ਕਬੀਰ ਆਸਾ ਕਰੀਏ ਰਾਮ ਕੀ, ਅਵਰੈ ਆਸ ਨਿਰਾਸ। ਕਦੇ ਇੱਕ ਪਰਮਾਤਮਾ ਦੀ ਆਸ ਰੱਖਣੀ ਚਾਹੀਦੀ ਹੈ, ਬਾਕੀ ਆਸਾਂ ਛੱਡ ਦੇਣੀਆਂ ਚਾਹੀਦੀਆਂ। ਬਾਕੀ ਆਸਾਂ ਝੂਠੀਆਂ ਨੇ। ਮੰਨ ਲਓ ਮੈਂ ਆਸ ਲਈ ਹੈ ਕਿ ਫਲਾਣਾ ਪਰਿਵਾਰ ਬੁਢਾਪੇ 'ਚ ਮੇਰੀ ਸਹਾਇਤਾ ਕਰੇਗਾ। ਸਪੋਜ਼ ਕਰੋ, ਹੋ ਸਕਦਾ ਹੈ ਉਹ ਬੁਢਾਪੇ ਜਾ ਕੇ ਮੇਰੀ ਉਸ ਪਰਿਵਾਰ ਦਾ ਕਿਸੇ ਕਾਰਨ ਵਿਗੜ ਜਾਵੇ ਅਤੇ ਉਹ ਮੇਰੀ ਸੇਵਾ ਹੀ ਨਾ ਕਰਨ। ਗਈ ਨਾ ਆਸ ਐਵੇਂ। ਮਨੁੱਖ ਆਸਾਂ ਲਈ ਬੈਠਾ ਹੁੰਦਾ। ਜਿਵੇਂ ਤੁਸੀਂ ਪੁੱਤਰ ਕਿਉਂ ਜੰਮਦੇ ਹੋ? ਵੀ ਧੀ ਨੇ ਤਾਂ ਆਪਣੇ ਘਰ ਚਲੇ ਜਾਣਾ, ਪੁੱਤਰ ਸਾਡੇ ਕੋਲ ਰਹੇਗਾ, ਬੁਢਾਪੇ 'ਚ ਸਾਡੀ ਸੇਵਾ ਕਰੇਗਾ, ਅਤੇ ਉਹ ਬੁਢਾਪੇ ਤੁਹਾਨੂੰ ਛੱਡ ਕੇ ਫੋਰਨ ਕੰਟਰੀ ਚਲਿਆ ਗਿਆ। ਲਓ ਹੋ ਗਏ ਨਾ, ਗਈ ਆਸ ਐਵੇਂ। ਉਹ ਬਾਹਰ ਗਿਆ, ਤੁਹਾਡੀ ਕੀ, ਤੁਸੀਂ ਮਗਰ ਹੋ ਗਏ ਬਿਮਾਰ। ਆਂਢੀ ਗੁਆਂਢੀ ਕੋਈ ਹੋਰ ਰਿਸ਼ਤੇਦਾਰ ਚੱਕ ਕੇ ਹਸਪਤਾਲ ਲੈ ਕੇ ਜਾਏਗਾ, ਪੁੱਤਰ ਤਾਂ ਗਿਆ ਫੋਰਨ ਕੰਟਰੀ। ਜਿਸ 'ਤੇ ਤੁਸੀਂ ਆਸ ਲਾਈ ਰੱਖੀ, ਉਹਨੇ ਅਖੀਰ 'ਤੇ ਤੁਹਾਡੀ ਸਹਾਇਤਾ ਹੀ ਨਹੀਂ ਕੀਤੀ। ਬਹੁਤ ਵਾਰੀ ਐਂ ਹੁੰਦਾ। ਕੋਈ ਭਰਾ 'ਤੇ ਆਸ ਲਈ ਬੈਠਾ ਹੁੰਦਾ, ਹੋ ਸਕਦਾ ਪਹਿਲੇ ਮਰ ਜੇ ਤੁਹਾਡੇ ਤੋਂ, ਫਿਰ ਕੀ ਕਰੋਗੇ? ਜਿਸ 'ਤੇ ਤੁਸੀਂ ਆਸ ਲਾਈ ਰੱਖਿਆ, ਹੋ ਸਕਦਾ ਉਹ ਤੁਹਾਡੀ ਸੇਵਾ ਹੀ ਨਾ ਕਰੇ, ਫਿਰ ਤੁਹਾਨੂੰ ਦੁੱਖ ਹੋਏਗਾ। ਕਈ ਮੈਨੂੰ ਪੁੱਛਦੇ ਨੇ, ਬਾਬਾ ਜੀ ਤੁਸੀਂ ਕਦੇ ਸੋਚਿਆ ਤੁਸੀਂ ਇਕੱਲੇ ਹੀ ਰਹਿ ਗਏ ਹੋ, ਘਰ ਵਾਲੀ ਵੀ ਸਵਰਗਵਾਸ ਹੋ ਗਈ ਹੈ, ਤੁਹਾਡਾ ਬਾਲ ਬੱਚਾ ਨਹੀਂ, ਤੁਸੀਂ ਜਦੋਂ ਬਹੁਤ ਬੁੱਢੇ ਹੋ ਗਏ ਜਾਂ ਬਿਮਾਰ ਹੋ ਗਏ, ਮੰਜੇ 'ਤੇ ਪੈ ਗਏ, ਤੁਹਾਡੀ ਕੌਣ ਸੇਵਾ ਕਰੇਗਾ? ਕਦੇ ਕਦੇ ਕੋਈ ਮੈਨੂੰ ਪੁੱਛਦਾ ਵੀ ਕੌਣ ਸੇਵਾ ਕਰੇਗਾ? ਮੈਂ ਕਦੇ ਕਿਸੇ ਬੰਦੇ 'ਤੇ ਆਸ ਨਹੀਂ ਰੱਖੀ,
ਵੀ ਫਲਾਣਾ ਰਿਸ਼ਤੇਦਾਰ, ਫਲਾਣਾ ਦੋਸਤ ਮਿੱਤਰ ਜਾਂ ਫਲਾਣਾ ਮੇਰੀ ਸੇਵਾ ਕਰੇਗਾ। ਇਹ ਮੂਰਖਤਾ ਹੈ, ਇਹ ਸੋਚ ਗੁਰਬਾਣੀ ਦੇ ਵਿਰੁੱਧ ਹੈ। ਮੈਂ ਜਿਹਦਾ ਨਾਮ ਜਪਦਾ ਉਹ ਮੇਰੀ ਸੇਵਾ ਕਰੇਗਾ। ਹਾਂ, ਕਿਸੇ ਨੂੰ ਸੇਵਾ 'ਤੇ ਲਾ ਦੇ, ਇਹ ਤਾਂ ਦਾਤੇ ਨੇ ਸਿੱਧੀ ਸੇਵਾ ਤਾਂ ਮੇਰੀ ਕਰਨੀ ਨਹੀਂ ਨਾ ਹੈਗੀ। ਮੈਂ ਜਿਹਦਾ ਨਾਮ ਜਪਦਾ ਉਹਨੂੰ ਫਿਕਰ ਹੈ, ਆਪੇ ਕਿਸੇ ਦੀ ਡਿਊਟੀ ਲਾ ਦੇਗਾ। ਹੁਣ ਮੇਰੀ ਮਿਸਿਸ 3 ਸਾਲ ਬਿਮਾਰ ਰਹੀ ਹੈ, ਸੰਗਤ ਆ ਕੇ ਸੇਵਾ ਕਰਦੀ ਰਹੀ ਹੈ। ਮੈਂ ਨਹੀਂ ਕਿਸੇ ਨੂੰ ਕਿਹਾ ਭਾਈ ਤੁਸੀਂ ਮੇਰੀ ਘਰ ਵਾਲੀ ਦੀ ਆ ਕੇ ਸੇਵਾ ਕਰੋ, ਨਹੀਂ। ਪਰਮਾਤਮਾ ਨੇ ਉਹਨਾਂ ਦੇ ਮਨ 'ਚ ਰਹਿਮ ਪਾਤਾ ਵੀ ਲੋ ਜੀ ਕਰਨੀ ਚਾਹੀਦੀ। ਕਿਸੇ ਨੇ ਮੇਰੇ ਮੂੰਹ ਨੂੰ ਕਰਤੀ, ਕਿਸੇ ਨੇ ਬੀਬੀ ਦੇ ਮੂੰਹ ਨੂੰ ਕਰਤੀ। ਕਿਸੇ ਰਿਸ਼ਤੇਦਾਰ ਨੇ ਆ ਕੇ 1 ਦਿਨ ਨਹੀਂ ਸੇਵਾ ਕੀਤੀ, ਘੰਟਾ ਨਹੀਂ ਕੀਤੀ ਕਿਸੇ ਰਿਸ਼ਤੇਦਾਰ, ਘੰਟਾ ਵੀ। ਕਿਸੇ ਰਿਸ਼ਤੇਦਾਰ ਨੇ ਇਹ ਨਹੀਂ ਪੁੱਛਿਆ ਬਾਬਾ ਜੀ ਕੋਈ ਪੈਸਾ ਚਾਹੀਦਾ, ਖਰਚਾ ਇੰਨਾ ਆ ਰਿਹਾ, ਕੋਈ ਲੋੜ ਪਏ ਪੈਸੇ ਸਾਨੂੰ ਦੱਸਿਓ। ਨੋ, ਕਿਸੇ ਨੇ 1 ਘੰਟਾ ਆ ਕੇ ਸੇਵਾ ਨਹੀਂ ਕੀਤੀ ਵੀ ਹਾਂ ਚਲੋ ਸਾਨੂੰ ਵੀ ਸੇਵਾ ਦਾ ਮੌਕਾ ਦੇ, 7 ਬਗਾਨੇ ਸੇਵਾ ਕਰ। ਨੋ, ਕਿਸੇ ਨੇ ਕਿਸ ਤੇ ਉਮੀਦ ਰੱਖੋਗੇ ਤੁਸੀਂ? ਕਿਸੇ ਤੇ ਉਮੀਦ ਰੱਖਣਾ ਵਿਅਰਥ ਹੁੰਦਾ। ਤਾਂ ਕਹਿੰਦੇ ਆਸਾ ਕਰੀਏ ਰਾਮ ਕੀ, ਪਰਮਾਤਮਾ 'ਤੇ ਆਸ ਰੱਖੋ, ਉਹਨੇ ਜਿਸ ਤੋਂ ਤੁਹਾਡੀ ਸੇਵਾ ਕਰਾਉਣੀ ਆਪੇ ਕਰਾ ਦੇਣੀ ਹੈ। ਤੁਸੀਂ ਬਸ ਨਾਮ ਜਪੀ ਜੇ ਉਹਦਾ, ਉਹਨੂੰ ਫਿਕਰ ਹੈ। ਜਿਸ ਦਾ ਤੁਸੀਂ ਨਾਮ ਜਪਦੇ ਨਾ ਉਹਨੂੰ ਫਿਕਰ ਹੁੰਦਾ ਕਿ ਇਹ ਸਿਰਫ ਤੇ ਸਿਰਫ ਮੇਰੇ 'ਤੇ ਨਿਰਭਰ ਹੈ। ਇਹਨੇ ਕਿਸੇ 'ਤੇ ਆਸ ਨਹੀਂ ਰੱਖੀ ਕਿ ਆਹ ਬੁਢਾਪੇ 'ਚ ਮੇਰੀ ਸੇਵਾ ਕਰੇ, ਬਿਮਾਰੀ ਵੇਲੇ ਆਪ ਨੂੰ ਹਸਪਤਾਲ ਚੱਕ ਕੇ ਲਿਜਾਵੇਗਾ, ਆਪੇ ਉਹ ਭੇਜ ਦੇਗਾ। ਜਿਹਦੇ ਭਾਗਾਂ 'ਚ ਲਿਖਿਆ ਸੇਵਾ ਕਰਨਾ, ਆ ਕੇ ਸੇਵਾ ਕਰ ਜਾਏਗਾ ਬਸ। ਇਸ ਲਈ ਤਾਂ ਕਬੀਰ ਸਾਹਿਬ ਕਹਿੰਦੇ ਆਸਾ ਕਰੀਏ ਰਾਮ ਕੀ, ਅਬਰੇ ਆਸ ਨਿਰਾਸ। ਦੂਜਿਆਂ ਦੀਆਂ ਆਸਾਂ ਤੋਂ ਨਿਰਾਸ਼ ਰਹਿਣਾ ਚਾਹੀਦਾ, ਭਾਵ ਕੋਈ ਇੱਛਾ ਨਹੀਂ ਰੱਖਣੀ ਚਾਹੀਦੀ। ਕਿਸੇ ਹੋਰ 'ਤੇ ਕੋਈ ਆਸ ਨਹੀਂ ਰੱਖਣੀ ਚਾਹੀਦੀ ਕਿ ਇਹ ਮੇਰੀ ਔਖੇ ਵੇਲੇ ਸਹਾਇਤਾ ਕਰੇਗਾ, ਨਹੀਂ। ਸਿਰਫ ਪਰਮਾਤਮਾ 'ਤੇ ਆਸ ਰੱਖਣੀ ਹੈ। ਜੇ ਪਰਮਾਤਮਾ ਨੇ ਸਹਾਇਤਾ ਕਰਨੀ ਹੈ ਫਿਰ ਉਹਨੇ ਕਰ ਹੀ ਦੇਣੀ ਹੈ। ਜੇ ਪਰਮਾਤਮਾ ਨੇ ਤੁਹਾਨੂੰ ਅਮੀਰ ਕਰਨਾ, ਤੁਹਾਨੂੰ ਕੋਈ ਗਰੀਬ ਨਹੀਂ ਕਰ ਸਕਦਾ। ਪਰਮਾਤਮਾ ਤੁਹਾਨੂੰ ਅਮੀਰ ਕਰਨਾ ਚਾਹੁੰਦਾ, ਤੁਸੀਂ ਅਮੀਰ ਹੋ ਹੀ ਜਾਣਾ, ਹੋ ਹੀ ਜਾਣਾ। ਕੋਈ ਸੜੀ ਜਾਓ, ਭੁੱਜੀ ਜਾਓ, ਜੋ ਮਰਜ਼ੀ ਪੈ ਕਰੋ, ਉਹਨੇ ਤੁਹਾਨੂੰ ਅਮੀਰ ਕਰਨਾ, ਕਰ ਦੇਣਾ ਉਸਨੇ। ਉਸੇ 'ਤੇ ਆਸ ਰੱਖੀ ਦੀ ਹੈ। ਜਦ ਤੁਸੀਂ ਉਸ 'ਤੇ ਆਸ ਰੱਖੋਗੇ ਨਾ ਤੇ ਫਿਰ ਸ਼ਾਇਦ ਤੁਹਾਡੇ ਬਾਲ ਬੱਚੇ ਤੁਹਾਡੀ ਸਹਾਇਤਾ ਕਰ ਜਾਣ ਬੁਢਾਪੇ 'ਚ। ਕਿਉਂ? ਪਰਮਾਤਮਾ ਨੇ ਅੰਦਰਲੀ ਘੁੰਡੀ ਹੋਈ ਕਿਸੇ ਜਵਾਕ ਦੀ ਮਰੋੜਨੀ ਹੈ ਵੀ ਚੱਲ ਜੇ ਇੱਕ ਭਰਾ ਨਹੀਂ ਕਰਦਾ, ਦੂਜਾ ਕਹਿੰਦਾ ਬਾਪੂ ਕੋਈ ਨਹੀਂ ਮੈਂ ਤੇਰੀ ਸੇਵਾ ਕਰਦਾ, ਉਹ ਦੂਜੇ ਕਰਦੇ, ਦੂਜਾ ਭਰਾ ਕਰ ਜਾਂਦਾ ਆ ਕੇ। ਪਰਮਾਤਮਾ ਜਿਸ ਤੋਂ ਸੇਵਾ ਲੈਣੀ ਹੈ ਉਹਦਾ ਅੰਦਰੋਂ ਸੋਚ ਉਹੋ ਜਿਹੀ ਬਣਾਉਂਦਾ, ਉਹਦੀ ਸੋਚ ਬਣਾ ਦੇਗਾ, ਉਹ ਸੇਵਾ ਕਰੇਗਾ। ਇਸ ਲਈ ਆਸ ਪਰਮਾਤਮਾ 'ਤੇ ਰੱਖੀ ਦੀ ਹੈ, ਮਨੁੱਖ 'ਤੇ ਨਹੀਂ ਰੱਖੀ ਦੀ। ਹਾਂ ਠੀਕ ਹੈ, ਪਰਮਾਤਮਾ ਨੇ ਸਾਡੀ ਸਹਾਇਤਾ ਮਨੁੱਖ ਰਾਹੀਂ ਹੀ ਕਰਨੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਪਰਮਾਤਮਾ ਨੇ ਆਪ ਨਹੀਂ ਮੈਨੂੰ ਆ ਕੇ ਦਵਾਈ ਦੇਣੀ ਕੋਈ, ਵੀ ਇਹ ਬਿਮਾਰ ਹੈ, ਆਪ ਦਵਾਈ ਚੱਕ ਕੇ ਨਹੀਂ ਖਾ ਸਕਦਾ, ਨਹੀਂ ਪੀ ਸਕਦਾ। ਪਰਮਾਤਮਾ ਨੇ ਆਪ ਨਹੀਂ ਆਉਣਾ, ਉਹਨੇ ਕੋਈ ਨਾ ਕੋਈ ਬੰਦਾ ਭੇਜ ਦੇਣਾ ਬਸ, ਵੀ ਚੱਲ ਵੀ ਸੱਜਣ ਕਰ ਸੇਵਾ ਜਾ ਕੇ। ਇਸ ਲਈ ਮੈਨੂੰ ਕਈ ਮੈਂ ਭਾਈ ਮੈਂ ਤਾਂ ਸਿਰਫ ਪਰਮਾਤਮਾ 'ਤੇ ਆਸ ਰੱਖੀ ਹੋਈ ਹੈ। ਕੋਈ ਰਿਸ਼ਤੇਦਾਰ ਕਰ ਜਾਏਗਾ ਤਾਂ ਠੀਕ ਹੈ, ਨਹੀਂ ਕਰਕੇ ਕੋਈ ਸਤਸੰਗੀ ਕਰ ਜਾਏਗਾ, ਇਹ ਤਾਂ ਪਰਮਾਤਮਾ ਨੂੰ ਫਿਕਰ ਹੈ। ਮੈਂ ਫਿਕਰ ਕਰ ਲਾਂ ਮੈਂ ਤਾਂ ਪਾਗਲ ਹੋ ਜਾਵਾਂਗਾ ਫਜ਼ੂਲ ਦਾ ਸੋਚ ਸੋਚ ਕੇ। ਜਿਹੜਾ ਕੱਲ੍ਹ ਬਾਰੇ ਸੋਚਦਾ ਤਾਂ ਮੂਰਖ ਹੁੰਦਾ। ਕੱਲ੍ਹ ਦਾ ਕਿਸੇ ਨੂੰ ਕੀ ਪਤਾ, ਕੱਲ੍ਹ ਦਾ ਕਿਸੇ ਨੂੰ ਕੀ ਪਤਾ ਕੀ ਹੋਣਾ। ਕੱਲ੍ਹ ਬਾਰੇ ਨਹੀਂ ਸੋਚੀਦਾ, ਅੱਜ ਬਾਰੇ ਸੋਚੀਦਾ ਬਸ, ਵੀ ਅੱਜ ਦਾ ਵਧੀਆ ਲੰਘ ਰਿਹਾ, ਕੀ ਅੱਜ ਦਿਨ ਠੀਕ ਲੰਘ ਗਿਆ। ਜੇ ਅੱਜ ਦਾ ਠੀਕ ਲੰਘ ਗਿਆ ਕੱਲ੍ਹ ਦਾ ਵੀ ਠੀਕ ਲੰਘ ਜਾਏਗਾ, ਹੋਰ ਕੀ ਹੈ। ਇਸ ਲਈ ਉਸ ਪਰਮਾਤਮਾ ਦਾ ਨਾਮ ਜਪੀਦਾ, ਉਸੇ ਦਾ ਹੀ ਓਟ ਆਸਰਾ ਲਈਦਾ। ਅਤੇ ਜਿਹੜਾ ਸੱਚੇ ਦਿਲੋਂ ਪਰਮਾਤਮਾ ਦਾ ਓਟ ਆਸਰਾ ਲੈਂਦਾ, ਪਰਮਾਤਮਾ ਹਰ ਤਰੀਕੇ ਨਾਲ ਉਹਦੀ ਸਹਾਇਤਾ ਕਰਦਾ ਹੈ। ਇਸ ਲਈ ਉਹਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਨਾਮ ਜਪਣ ਵਾਲੇ ਨੂੰ ਕਿ ਮੇਰਾ ਕੀ ਬਣੇਗਾ ਕੀ ਨਹੀਂ ਬਣੇਗਾ। ਬਸ ਜਿੰਨਾ ਸਮਾਂ ਮਿਲੇ ਆਪਣਾ ਵੱਧ ਤੋਂ ਵੱਧ ਭਜਨ ਬੰਦਗੀ ਕਰੋ। ਕਬੀਰ ਆਸਾ ਕਰੀਏ ਰਾਮ ਕੀ ਅਵਰੈ ਆਸ ਨਿਰਾਸ।
ਆਸ ਰੱਖਣੀ ਤਾਂ ਪਰਮਾਤਮਾ ਰੱਖਣੀ, ਬਾਕੀਆਂ ਦੀ ਆਸਾਂ ਨੂੰ ਨਿਰਾਸ਼ ਹੋ ਜਾਣਾ ਹੈ। ਨਿਰ ਆਸ, ਵੀ ਕੋਈ ਕਿਸੇ ਤੇ ਕੋਈ ਆਸ ਨਹੀਂ ਰੱਖਣੀ। ਨਰਕ ਪਰੈ ਤੇ ਮਾਂ ਨਹੀਂ, ਉਹ ਬੰਦੇ ਨਰਕਾਂ ਨੂੰ ਚਲੇ ਜਾਣਗੇ ਜੋ ਹਰ ਨਾਮ ਉਦਾਸ, ਜਿਹੜੇ ਹਰੀ ਦਾ ਨਾਮ ਨਹੀਂ ਜਪਦੇ। ਹਰੀ ਦੇ ਨਾਮ ਵੱਲੋਂ ਜੋ ਉਦਾਸ ਹਨ, ਪਰ ਜਿਹਨਾਂ ਦਾ ਹਰੀ ਦਾ ਨਾਮ ਜਪਣ ਨੂੰ ਜੀ ਨਹੀਂ ਕਰਦਾ, ਉਹ ਕੀ ਹੈਗਾ? ਨਰਕ ਪਰੈ ਤੇ ਮਾਂ ਨਹੀਂ। ਮਾਂ ਨਹੀਂ ਹੁੰਦਾ ਮਨੁੱਖ, ਉਹ ਮਨੁੱਖ ਨਰਕਾਂ ਨੂੰ ਜਾਣਗੇ ਜਿਹੜੇ ਨਾਮ ਨਹੀਂ ਜਪਦੇ। ਇਸ ਲਈ ਨਾਮ ਜਪੋ ਬਜਾਏ ਨਰਕਾਂ ਨੂੰ ਜਾਣਦੇ। ਇੱਥੇ ਸੁਰਗ ਬਣਾ ਲਓ ਆਪਣੇ ਜੀਵਨ ਨੂੰ। ਜਿਹੜਾ ਇੱਥੇ ਨਰਕ ਭੋਗ ਰਿਹਾ, ਉਹ ਅੱਗੇ ਸਵਰਗ ਦੀ ਕੀ ਆਸ ਰੱਖਦਾ? ਤੁਸੀਂ ਆਪ ਹੀ ਸੋਚੋ। ਜਿਹੜਾ ਇੱਥੇ ਨਰਕ ਭੋਗ ਰਿਹਾ, ਉਹਨੂੰ ਅੱਗੇ ਸਵਰਗ ਦੀ ਆਸ ਨਹੀਂ ਰੱਖਣੀ ਚਾਹੀਦੀ। ਆਪਣੇ ਵਰਤਮਾਨ ਨੂੰ ਸਵਰਗ ਬਣਾ ਲਓ। ਜੇ ਤੁਸੀਂ ਇੱਥੇ ਸਵਰਗ ਭੋਗ ਰਹੇ ਹੋ, ਅੱਗੇ ਸਵਰਗ ਦੀ ਆਸ ਰੱਖੀ ਜਾ ਸਕਦੀ ਹੈ, ਕਿਉਂਕਿ ਤੁਹਾਡਾ ਜਿਹੜਾ ਹੁਣ ਦਾ ਜੀਵਨ ਹੈ, ਇਹੀ ਤੁਹਾਡਾ ਫਿਊਚਰ ਬਣਨਾ, ਇਹੀ ਆਉਣ ਵਾਲਾ ਜੀਵਨ ਬਣਨਾ। ਜੋ ਮੈਂ ਪਿੱਛੇ ਜੀਵਨ ਬਿਤਾ ਲਿਆ ਹੈ, ਉਹ ਹੁਣ ਬਣ ਗਿਆ ਹੈ। ਮੇਰਾ ਹੁਣ ਦਾ ਜੀਵਨ ਦੱਸ ਰਿਹਾ ਕਿ ਮੇਰਾ ਪਿਛਲਾ ਜੀਵਨ ਵੀ ਸੁਖੀ ਸੀ, ਵਧੀਆ ਸੀ, ਅਮੀਰੀ ਵਾਲਾ ਸੀ। 78 ਸਾਲ ਉਮਰ ਹੋ ਗਈ, ਮੈਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਈ, ਦਾਤਾ ਦੀ ਕਿਰਪਾ ਰਹੀ ਹੈ। ਚੰਗੇ ਪਰਿਵਾਰ 'ਚ ਮੈਂ ਪੈਦਾ ਹੋ ਗਿਆ, ਖਾਣ ਪੀਣ ਦੀ ਕੋਈ ਕਮੀ ਨਹੀਂ ਸੀ ਹੈਗੀ। ਮੈਨੂੰ ਹੈ ਹੀ ਨਹੀਂ ਸੀ ਵੀ ਅਸੀਂ ਗਰੀਬ ਹਾਂ ਕੋਈ। ਛੇਤੀ ਹੀ ਮੈਂ 20 ਸਾਲ ਦਾ ਸੀ, ਸਰਕਾਰੀ ਨੌਕਰੀ 'ਤੇ ਲੱਗ ਗਿਆ, ਨੌਕਰੀ ਕਰਨ ਲੱਗ ਗਿਆ। ਚਲੋ ਮੈਂ ਆਪ ਸਰਕਾਰੀ ਨੌਕਰੀ ਛੱਡ ਕੇ ਪ੍ਰਾਈਵੇਟ 'ਚ ਆ ਗਿਆ। 15 ਸਾਲ ਪ੍ਰਾਈਵੇਟ ਦੀ ਕੀਤੀ, ਫਿਰ ਸਰਕਾਰੀ 'ਚ ਆ ਗਿਆ। ਮੈਨੂੰ 78 ਸਾਲ ਮੇਰੀ ਉਮਰ ਹੋ ਗਈ, ਮੈਨੂੰ ਕਦੇ ਨਹੀਂ ਹੋਇਆ ਕਦੇ ਕੋਈ ਗਰੀਬੀ ਆਈ ਹੋਵੇ ਜਾਂ ਕੋਈ ਦੁੱਖ ਵੱਡਾ ਕੋਈ ਦੁੱਖ ਮਹਿਸੂਸ ਹੋਇਆ ਹੋਵੇ ਨਾ। ਆਪਣੇ ਦਾਤੇ ਦੀ ਕਿਰਪਾ ਅੱਜ ਤੱਕ ਵਧੀਆ 78 ਸਾਲ ਲੰਘ ਗਏ ਨੇ, ਬੜੇ ਵਧੀਆ ਲੰਘ ਗਏ ਨੇ, ਬੜੀ ਸ਼ਾਂਤੀ ਨਾਲ ਲੰਘ ਗਏ ਨੇ। ਕਿਸੇ ਨਾਲ ਕੋਈ ਲੜਾਈ ਨਹੀਂ, ਝਗੜਾ ਨਹੀਂ, ਕਿਸੇ ਨਾਲ ਤੂੰ ਨਹੀਂ, ਮੈਂ ਨਹੀਂ। ਦੇਖੋ ਮੇਰਾ ਰਿਕਾਰਡ ਹੈ 10ਵੀਂ ਤੱਕ ਹੀ ਬੱਚਾ ਇੱਕ ਦਿਨ ਕਰਦਾ ਜੀ। ਮੈਂ ਨਾ ਮੇਰਾ ਸਾਥੀ ਮੇਰੇ ਨਾਲ ਕਦੇ ਤੂੰ ਮੈਂ ਹੋਇਆ, ਨਾ ਕਦੇ ਮੈਂ ਹੋਇਆ। ਥੱਪੜ ਇੱਕ ਦੂਜੇ ਨਾਲ ਘਸੁੰਨ ਮਾਰਨ, ਥੱਪੜ ਮਾਰਨ ਤੇ ਗੱਲਾਂ ਹੀ ਬੜੀ ਦੂਰ ਦੀਆਂ ਨੇ। ਮੇਰੇ ਕਿਸੇ ਵੀ ਕਲਾਸ ਫੈਲੋ ਨਾਲ ਤੂੰ ਮੈਂ ਹੀ ਨਹੀਂ ਕਦੇ ਹੋਈ। ਜਿੰਨਾ ਸਮਾਂ ਮੈਂ ਪੜ੍ਹਿਆ, 2 ਸਾਲ JBD 'ਚ ਲਾਇਆ ਤਾਂ ਵੀ, 1 ਸਾਲ B.Ed 'ਚ ਲਾਇਆ ਤਾਂ ਵੀ, ਕਿਸੇ ਨਾਲ ਮੇਰੀ ਤੂੰ ਮੈਂ ਨਹੀਂ ਹੋਈ। ਦਾਤੇ ਦੀ ਕਿੰਨੀ ਕਿਰਪਾ। ਨਹੀਂ ਲੋਕ ਲੜ ਪੈਂਦੇ ਨੇ, ਕੁੱਟਦੇ ਮਾਰਦੇ ਨੇ, ਗਾਲਾਂ ਕੱਢਦੇ ਨੇ, ਇੱਕ ਦਿਨ ਬੁਰਾ ਹਾਲ। ਨਾ ਬਚਪਨ 'ਚ ਕਿਸੇ ਨੇ, ਨਾ ਮੇਰੇ ਕਿਸੇ ਕਲਾਸ ਫੈਲੋ ਨੇ ਮੈਨੂੰ ਕੁਛ ਕਿਹਾ, ਨਾ ਮੈਂ ਉਹਨੂੰ ਕਿਹਾ। ਨਾ ਮੇਰੇ ਮਾਂ ਬਾਪ ਨੇ ਕਦੇ ਮੈਨੂੰ ਥੱਪੜ ਮਾਰਿਆ, ਨਾ ਕਦੇ ਕਿਸੇ ਟੀਚਰ ਨੇ ਮਾਰਿਆ। ਮਾਂ ਪਿਓ ਤਾਂ ਥੱਪੜ ਮਾਰ ਜੇ ਕਿ ਮੈਂ ਸ਼ਰਾਰਤ ਕਰਾਂ ਜਾਂ ਉਹਨਾਂ ਦੇ ਨਾ ਆਖੇ ਨਾ ਲੱਗਾ। ਜੋ ਨਾ ਕਿਹਾ ਮੈਂ ਕਰਤਾ, ਟੀਚਰ ਨੇ ਜੋ ਕਿਹਾ ਕਰਤਾ। ਨਾ ਹੀ ਨਹੀਂ ਕੀਤੀ ਕਿਸੇ ਟੀਚਰ ਨੂੰ, ਭਾਵੇਂ ਮੈਨੂੰ ਪੜ੍ਹਾਉਂਦਾ। ਮੇਰੇ ਪਿਤਾ ਜੀ ਮੈਨੂੰ ਕਿਹਾ ਸੀ ਕਿ ਚਾਹੇ ਟੀਚਰ ਤੈਨੂੰ ਪੜ੍ਹਾਉਂਦਾ ਚਾਹੇ ਨਹੀਂ ਪੜ੍ਹਾਉਂਦਾ, ਜਿੰਨੇ ਸਕੂਲ ਦੇ ਟੀਚਰ ਨੇ ਸਾਰਿਆਂ ਨੂੰ ਗੋਡੀ ਹੱਥ ਲਾਣੇ ਸਵੇਰੇ ਜਾ ਕੇ ਸਕੂਲੇ। ਇਹ ਨਹੀਂ ਵੀ ਤਾਂ ਸਾਨੂੰ ਤਾਂ ਪੜ੍ਹਾਉਂਦਾ ਨਹੀਂ ਹੈ, ਮੈਂ ਕਿਸ ਤੋਂ ਲੈਣੇ ਨਾ ਪੜ੍ਹਾਉਣਾ। ਐਤਕੀ ਨਹੀਂ ਪੜ੍ਹਾਉਂਦਾ, ਉਸ ਅਗਲੇ ਸਾਲ ਤੁਹਾਨੂੰ ਪੜ੍ਹਾਉਣ ਲੱਗ ਜੇ। ਨਾ ਨਹੀਂ ਕਰਨੀ ਟੀਚਰ ਨੂੰ। ਨਾ ਮੈਂ ਮਾਂ ਪਿਓ ਨੂੰ ਨਾ ਕੀਤੀ, ਨਾ ਟੀਚਰ ਨੂੰ ਕੀਤੀ। 16 ਅਫਸਰਾਂ ਦੇ ਅੰਡਰ ਮੈਂ ਕੰਮ ਕੀਤੇ, ਨਾ ਕਿਸੇ ਮੈਂ ਅਫਸਰ ਨੂੰ ਨਾ ਕੀਤੀ ਕੰਮ ਤੋਂ। ਜੋ ਕਿਹਾ ਕਰਤਾ ਵੀ ਹੁਣ ਘਰੋਂ ਆ ਹੀ ਗਏ, ਕੰਮ ਹੀ ਕਰਨਾ ਆਏ ਹਾਂ। ਅਫਸਰ ਨੇ ਘਰ ਦਾ ਕੰਮ ਤਾਂ ਮੇਰੇ ਤੋਂ ਕਰਾਉਣਾ, ਕੋਈ ਦਫ਼ਤਰ ਦਾ ਹੀ ਹੁੰਦਾ ਵੀ ਆਹ ਜੈਮਲ ਸਿੰਘ ਜੀ ਆਹ ਕਰ ਦਿਓ, ਆਹ ਕਰ ਦਿਓ, ਲਓ ਜੀ ਕਰ ਦਿੰਦੇ ਹਾਂ। ਇਸੀ ਦਾਤੇ ਦੀ ਐਸੀ ਕਿਰਪਾ ਰਹੀ। ਨਾ ਕਿਸੇ ਨਾਲ ਤੂੰ ਮੈਂ, ਨਾ ਕਿਸੇ ਨਾਲ ਥੱਪੜੋ ਥੱਪੜੀ, ਨਾ ਕਿਸੇ ਨਾਲ ਗਾਲੋ ਗਾਲੀ। ਜੋ ਕਾਫੀ ਸਾਲ ਵਿਆਹ ਨੂੰ ਹੋ ਗਏ, ਇੱਕ ਦਿਨ ਬੀਬੀ ਮੈਨੂੰ ਕਹਿੰਦੀ, ਮਿਸਿਸ ਕਹਿ ਮੈਂ ਤੁਹਾਡੇ ਜੀ ਇੱਕ ਖੂਬੀ ਵੇਖੀ ਹੈ। ਮੈਂ ਸ਼ੁਕਰ ਹੈ ਇਹਨੂੰ ਵੀ ਕੋਈ ਗੁਣ ਲੱਭ ਗਿਆ। ਮੈਂ ਕੀ ਖੂਬੀ ਵੇਖੀ ਹੈ? ਕਹਿੰਦੇ ਇੰਨੇ ਸਾਲ ਹੋ ਗਏ, ਕਈ ਵਾਰੀ ਤੁਸੀਂ ਗੁੱਸੇ ਵੀ ਹੁੰਦੇ ਹੋ, ਪਰ ਤੁਹਾਡੇ ਮੂੰਹੋਂ ਮੈਂ ਕਦੇ ਗਾਲ ਨਹੀਂ ਸੁਣੀ। ਮੈਂ ਜੀ ਗਾਲਾਂ ਬੰਦਾ ਉਦੋਂ ਕੱਢਦਾ ਜਦੋਂ ਲੜਾਈਆਂ ਝਗੜੇ ਕਰਦਾ। ਮੇਰੇ ਨਾਲ ਕੋਈ ਲੜੇ ਹੀ ਨਹੀਂ, ਮੇਰੇ ਨਾਲ ਕੋਈ ਨਾਰਾਜ਼ ਹੀ ਨਹੀਂ ਹੋਇਆ, ਕੋਈ ਮੇਰੇ ਨਾਲ ਲੜੇ ਹੀ ਕੋਈ ਨਹੀਂ, ਨਾ ਸਾਥੀ ਨਾ ਕੁਲੀਗ। ਮੈਨੂੰ ਫਿਰ ਗਾਲ ਕੱਢਣ ਦੀ ਕੀ ਲੋੜ ਹੈ? ਮੈਂ ਕੋਈ ਕਮਲਾ ਵੀ ਉਹੀ ਗਾਲ ਕੱਢੀ, ਇਸ ਲਈ ਮੇਰੇ ਮੂੰਹ 'ਤੇ ਗਾਲ ਚੜ੍ਹੀ ਹੋਈ ਨਹੀਂ ਹੈ। ਇਸ ਲਈ ਮੇਰੇ ਸਾਰਾ ਕੁਛ ਕਹਿਣ ਦਾ ਮਤਲਬ ਹੈ ਕਿ ਨਾਮ ਜਪੀ ਜਾਓ।
ਹੋ ਸਕਦਾ ਪਿਛਲੇ ਜਨਮ ਵਿੱਚ ਨਾਮ ਜਪਿਆ ਹੋਵੇ, ਬਾਣੀ ਪੜ੍ਹੀ ਹੋਵੇ, ਵੀ ਇੰਨਾ ਸਮਾਂ ਵਧੀਆ ਬਤੀਤ ਹੋ ਗਿਆ। ਵਰਤਮਾਨ ਵਧੀਆ, ਇਸ ਲਈ ਮੈਂ ਫਿਊਚਰ ਦੀ ਚਿੰਤਾ ਨਹੀਂ ਕਰਦਾ, ਵੀ ਮੇਰਾ ਵਰਤਮਾਨ ਵਧੀਆ ਲੰਘ ਰਿਹਾ ਹੈ, ਦਾਤੇ ਦੀ ਕਿਰਪਾ ਹੈ। ਬਾਣੀ ਪੜ੍ਹੀ ਦੀ ਹੈ, ਨਾਮ ਜਪੀ ਦਾ, ਬਾਣੀ ਪੜ੍ਹਾਈ ਦੀ ਹੈ, ਕਥਾ ਵਾਰਤਾ ਕਰੀ ਦੀ ਹੈ, ਆਪਣਾ ਆਪਣੇ ਧਿਆਨ ਲੱਗੇ ਹੋਏ, ਨਾ ਕਿਤੇ ਬਾਹਰ ਜਾਣਾ, ਨਾ ਗੱਲ, ਨਾ ਕੋਈ ਬਾਤ ਨਹੀਂ। ਕੱਪੜੇ ਸੰਗਤ ਦੇ ਜਾਂਦੀ, ਰੋਟੀ ਸੰਗਤ ਦੇ ਜਾਂਦੀ, ਹੋਰ ਬੰਦੇ ਨੂੰ ਕੀ ਚਾਹੀਦਾ। ਹਾਂਜੀ, ਮੈਂ ਆਪ ਕਹਿ ਦਿੰਦਾ ਭਰਾਵੋ, ਮੇਰੇ ਨਾਲ ਸਾਰੇ ਜਨਰਲੀ ਮੇਰੇ ਕੋਲ ਕੱਪੜੇ ਹੈਗੇ, ਕਿਰਪਾ ਕਰਕੇ ਹੋਰ ਨਾ ਦਿਓ। ਕੱਲਾ ਬੰਦਾ ਮੈਂ 200-250 ਕੱਪੜਾ ਪਿਆ ਹੋਣਾ। ਮੈਂ ਰਜਨੀ ਨੂੰ ਕਿਹਾ ਸਰਦੀਆਂ ਚੜੀਆਂ ਨਾ, ਸਾਰੇ ਵੜਦੇ ਗਰੀਬਾਂ 'ਚ, ਕਰਦੇ ਪੇਟੀਆਂ, ਟਰੰਕ ਮੇਰੇ ਖਾਲੀ। ਮੈਂ ਕੀ ਕਰਾਉਣਾ, ਇੱਕ ਬੰਦਾ, 2 ਮੈਨੂੰ ਕੰਬਲ ਚਾਹੀਦੇ ਨੇ, 2 ਜਿਹੜੇ ਚਾਦਰਾਂ ਚਾਹੀਦੀਆਂ, ਮੈਂ ਇਹਨਾਂ ਕੀ ਕਰਨਾ, ਇੰਨਾ ਕੁਛ ਪਿਆ। ਮੈਂ ਵੰਡਦੇ ਨੂੰ ਸਾਰਾ ਖਾਲੀ ਕਰਦੇ, ਮੇਰਾ ਕਿ ਸਟੋਰ ਜਾਂ ਇੰਨਾ ਕੁਛ ਹੈ, ਜਿਹਨੂੰ ਦੇਣਾ ਹੈ ਪਹਿਲਾਂ ਤੇਰੀ ਮਰਜ਼ੀ ਹੈ, ਵੰਡਦੀ ਸਰਦੀ ਚੜ੍ਹਦੀ ਹੈ, ਸਭ ਰਜਾਈਆਂ ਤਲਾਈਆਂ ਸਭ ਵੰਡ ਦੇਣੇ ਦੇ ਸਮੇਂ ਗਏ ਹਨ। ਆਹ ਗਰੀਬ ਨੇ ਦੇ ਜਿਨ੍ਹਾਂ ਨੂੰ ਵੀ ਹੈਗੀ। ਸੋ ਇਸ ਲਈ ਬੜਾ ਦਾਤੇ ਦੀ ਬੜੀ ਕਿਰਪਾ ਹੈ। ਮੈਂ ਉਹਦੇ ਸ਼ੁਕਰਾਨੇ ਵਜੋਂ ਹੀ ਨਾਮ ਜਪਦਾ ਰਹਿੰਦਾ, ਵੀ ਦਾਤਾ ਤੇਰੀ ਕਿੰਨੀ ਕਿਰਪਾ ਹੈ। ਨਾ ਕੋਈ ਮਾਇਆ ਦੀ ਕਮੀ, ਨਾ ਕੋਈ ਰੋਟੀ ਪਾਣੀ ਦੀ ਕਮੀ। ਹੁਣ ਜਿਹਦੇ ਖਾਣ ਜਾਣਾ ਆਪਣੇ ਵੱਲੋਂ ਚੰਗਾ ਖਵਾਉਂਦਾ ਅਗਲਾ ਜੀ, ਵੀ ਬਾਬਾ ਜੀ ਆ ਰਹੇ ਨੇ, ਕਈ ਤਾਂ ਪਹਿਲਾਂ ਪੁੱਛ ਲੈ ਕੀ ਖਾਓਗੇ ਬਾਬਾ ਜੀ, ਆਪਣੇ ਵੱਲੋਂ ਅਗਲਾ ਵਧੀਆ ਖਵਾਉਂਦਾ। ਜੇ ਕੋਈ ਕੱਪੜਾ ਦਿੰਦਾ ਉਹ ਵੀ ਮਹਿੰਗੇ ਤੋਂ ਮਹਿੰਗਾ ਦਿੰਦਾ ਬਾਜ਼ਾਰ 'ਚੋਂ ਲੈ ਕੇ। ਮੇਰੇ ਜਿਹੜੇ ਕੱਪੜੇ ਪਾਏ ਨੇ 500 ਰੁਪਏ ਮੀਟਰ ਤੋਂ ਘੱਟ ਦਾ ਕੋਈ ਕਮੀਜ਼ ਪਜਾਮਾ ਹੀ ਨਹੀਂ ਹੁੰਦਾ ਹੈਗਾ। ਹੁਣ ਫਿਰ ਮੈਂ ਦਾਤੇ ਦਾ ਕਿਉਂ ਨਾ ਨਾਮ ਜਪਾਂ ਜੀ। ਰਹਿਣ ਨੂੰ A ਕਲਾਸ ਘਰ ਦਿੱਤਾ ਹੋਇਆ ਦਾਤੇ ਨੇ। ਕਾਰ ਮੈਂ ਆਪ ਵੇਚਤੀ ਹੈ ਜਾਣ ਕੇ, ਕਿ ਮੈਨੂੰ ਮਹਾਂਪੁਰਖਾਂ ਨੇ ਕਹਿਤਾ ਸੀ ਕਾਰ ਨਹੀਂ ਚਲਾਉਣੀ। 2 ਸਾਲ ਮੁੰਡੇ ਚਲਾਉਂਦੇ ਰਹੇ, ਉਹ ਫੌਰਨ ਚਲੇ ਗਏ। ਮੈਂ ਕਿਹਾ ਜੋ ਮੈਂ ਕਾਰ ਚਲਾਉਣੀ ਕੋਈ ਨਹੀਂ। ਮੈਂ 7 ਸਾਲ ਕਾਰ ਰੱਖ ਕੇ ਵੇਚਤੀ। ਮੇਰੇ ਕੋਲ ਸਕੂਟਰ ਸੀ, ਮੈਂ ਸਕੂਟਰ ਨੂੰ ਕਿੱਕ ਮਾਰਨ ਲੱਗਾ, ਸੰਤ ਸੀਤਲ ਸਿੰਘ ਪ੍ਰਗਟ ਹੋ ਗਏ, ਕਹਿੰਦੇ ਸਕੂਟਰ ਨਹੀਂ ਚਲਾਉਣਾ। ਇੱਕ ਪੁਲਿਸ ਵਾਲਾ ਆਇਆ, ਕਹਿੰਦਾ ਬਾਬਾ ਜੀ ਮੈਨੂੰ ਸਕੂਟਰ ਦੇ ਦਿਓ, ਮੈਂ ਤੁਹਾਡੀ ਯਾਦਗਾਰ ਰੱਖਣੀ ਹੈ। ਮੈਂ ਸੁਣ ਇਸ 'ਤੇ ਚੜ੍ਹੀ ਨਾ, ਜੇ ਤੂੰ ਚੜ੍ਹਿਆ ਨਾ ਅਤੇ ਫਿਰ ਤੂੰ ਜਾਣੀ ਅਤੇ ਬਾਬਾ ਜੀ ਜਾਣਨ। ਫਿਰ ਨਾ ਮੈਨੂੰ ਕਹੀ ਤੇ ਲੱਤ ਬਾਂਹ ਟੁੱਟ ਜਾਣੀ ਆਪਣਾ। ਉਂਝ ਲੈ ਜਾ ਜੇ ਸਾਂਭ ਕੇ ਰੱਖਣ, ਨਹੀਂ ਤਾਂ ਮੈਂ 10,000 ਦਾ ਮੇਰਾ ਵਿਕਦਾ, ਮੈਂ ਵੇਚ ਦੇਣਾ, ਉਦੋਂ ਦੀ ਗੱਲ ਹੈ। ਕੋਈ ਚਲਾਉਣ ਦੀ ਆਗਿਆ ਹੀ ਨਹੀਂ, ਨਾ ਸਕੂਟਰ, ਨਾ ਸਾਈਕਲ, ਨਾ ਕਾਰ। ਇਸ ਲਈ ਸੰਗਤ ਨੂੰ ਕਹਿ ਪਾਈ ਜੇ ਕਿਸੇ ਨੇ ਲਿਜਾਣਾ ਮੈਨੂੰ ਆਪਣੇ ਘਰ ਕਥਾ ਵਾਰਤਾ ਲਈ ਲੈ ਜਾਓ, ਆ ਛੱਡ ਜਾਓ। ਬਸ ਉਹ ਲੈ ਜਾਂਦੇ ਨੇ, ਛੱਡ ਜਾਂਦੇ ਨੇ। ਬਸ ਮੈਨੂੰ ਕਾਰ ਦੀ ਵੀ ਕੋਈ ਲੋੜ ਨਹੀਂ ਪਈ, ਨਾ ਕਦੇ ਮਹਿਸੂਸ ਹੋਈ ਹੈ। ਸੋ ਮੇਰਾ ਸਾਰਾ ਕੁਛ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਬੰਦਾ ਨਾਮ ਜਪਦਾ ਰਹਿੰਦਾ ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਦਾਤਾ ਰਹਿਣ ਦਿੰਦਾ। ਉਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ। ਅਸੀਂ ਨਾਮ ਹੀ ਨਹੀਂ ਜਪਦੇ, ਬਸ ਕਥਾ ਵਾਰਤਾ ਜ਼ਰੂਰ ਸੁਣਦੇ ਹਾਂ, ਪਰ ਨਹੀਂ ਉਹ ਸਵੇਰੇ ਉੱਠ ਕੇ ਪਤਾ ਸਾਨੂੰ ਕੀ ਕਹਿੰਦੇ। ਜੈਸੇ ਇੱਥੇ ਸਕੂਲ ਤੁਸੀਂ ਪੜ੍ਹਿਓ, PT ਸਾਹਿਬ ਕਹਿੰਦੇ ਸਾਵਧਾਨ, ਫਿਰ ਕੁਝ ਸਮਝ ਬਾਅਦ ਜੈਸੇ ਇੱਥੇ, ਵੀ ਜਿਵੇਂ ਆਰਾਮ ਨਾਲ ਖੜ੍ਹੇ ਸੀ ਉਸ ਤਰ੍ਹਾਂ ਖੜ੍ਹ ਜਾਓ ਬਸ। ਹੁਣ ਤੁਸੀਂ ਸਾਰੇ ਸਾਵਧਾਨ ਹੈ ਜੀ। ਆਹ ਘੰਟੇ ਕੁ ਨੂੰ ਜਿਹੜਾ ਪਤਾ ਨਹੀਂ ਕਾਲਯੁਗ ਦਾ ਕੀ ਅਸਰ ਹੋ ਜਾਣਾ। ਜੈਸੇ ਥੇ, ਜੈਸੇ ਥੇ, ਜੈਸੇ ਥੇ ਨਾਲ ਗੱਲ ਨਹੀਂ ਬਣੇਗੀ। ਸਾਨੂੰ ਮੈਂ ਇਹ ਨਹੀਂ ਕਹਿੰਦਾ ਤੁਸੀਂ ਪਹਿਲੇ ਦਿਨ ਇੰਨੇ ਘੰਟੇ ਸਿਮਰਨ ਵਧਾ ਦਿਓ, 5-5 ਮਿੰਟ ਵੀ ਵਧਾਉਣ ਲੱਗੇ ਨਾ ਸੀ ਬਹੁਤ ਫਰਕ ਪੈ ਜਾਏਗਾ। ਜੇ ਅਸੀਂ ਰੋਜ਼ 1-1, 2-2 ਮਿੰਟ ਵੀ ਸਿਮਰਨ ਵਧਾਉਣ ਲੱਗੇ ਹੈ ਨਾ, ਤੁਸੀਂ 1 ਮਿੰਟ ਹੀ ਵਧਾ ਦਿਓ ਮਨ, ਤਾਂ 365 ਦਿਨ 365 ਮਿੰਟ ਵੱਧ ਜਾਣਗੇ। ਤਾਂ ਘੱਟ ਤੋਂ ਘੱਟ 6.5 ਘੰਟੇ ਤੱਕ ਪਹੁੰਚ ਜਾਓਗੇ ਤੁਸੀਂ ਸਿਮਰਨ 'ਚ। 1 ਸਾਲ ਦੇ ਵਿੱਚ 1-1 ਮਿੰਟ ਵਧਾਉਂਦੇ ਹੋਏ 365 ਨੂੰ 60 'ਤੇ ਤਕਸੀਮ ਕਰਕੇ ਵੇਖ ਲਓ। ਜੇ 6 ਨਾਲ ਗੁਣਾ ਕਰੀ 6 360 ਹੋ ਗਏ। ਇਹ ਤਾਂ ਮੈਂ 6 ਘੰਟੇ ਦੇ ਸਿਮਰਨ 'ਤੇ ਤੁਸੀਂ ਪਹੁੰਚ ਗਏ। 1-1 ਮਿੰਟ ਵਧਾਉਣਾ ਤੁਹਾਨੂੰ ਔਖਾ ਵੀ ਨਹੀਂ ਲੱਗੇਗਾ। 1-1 ਮਿੰਟ ਵਧਾਉਣਾ ਔਖਾ ਵੀ ਨਹੀਂ ਲੱਗੇਗਾ। ਘੜੀ ਦੇ ਪਹਿਲੇ ਦਿਨ ਤੁਸੀਂ 5 ਮਿੰਟ ਸਿਮਰਨ ਕਰੋ ਵਾਹਿਗੁਰੂ, ਅਗਲੇ ਦਿਨ 6 ਮਿੰਟ, ਅਗਲੇ ਦਿਨ 7 ਮਿੰਟ, ਅਗਲੇ ਦਿਨ 8 ਮਿੰਟ, ਅਗਲੇ ਦਿਨ 9 ਮਿੰਟ, ਅਗਲੇ ਦਿਨ 10 ਮਿੰਟ। 24 ਘੰਟੇ ਤੁਸੀਂ 6 ਘੰਟੇ ਸਿਮਰਨ ਕਰਨਾ, ਅਤੇ ਕਿੱਥੇ ਪਹੁੰਚ ਜਾਏਗਾ ਗੱਲ। 2-4 ਸਾਲਾਂ 'ਚ ਅਸੀਂ ਕਿਤੇ ਦੇ ਕਿਤੇ ਪਹੁੰਚ ਜਾਵਾਂਗੇ। ਗੁਰੂ ਮਹਾਰਾਜ ਕਿਰਪਾ ਕਰਨ।
ਸਾਰੀ ਬਾਣੀ ਦਾ ਤੱਤ ਸਾਰੀ ਇਹ ਹੈ ਕਿ ਸ਼ੁਭ ਕਰਮ ਕਰੋ ਅਤੇ ਨਾਮ ਜਪੋ, ਬਾਕੀ ਸਭ ਕੁਛ ਆਪੇ ਠੀਕ ਹੋ ਜਾਏਗਾ। ਜਿਹਦਾ ਤੁਸੀਂ ਨਾਮ ਜਪੋਗੇ, ਯਾਦ ਰੱਖੋ ਉਹ ਹਰ ਵਕਤ ਤੁਹਾਡੇ ਨਾਲ ਹੈ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਜਿੱਥੇ ਵੀ ਤੁਸੀਂ ਪਰਮਾਤਮਾ ਨੂੰ ਯਾਦ ਕਰੋਗੇ, ਪਰਮਾਤਮਾ ਮਿੱਤਰ ਬਣ ਕੇ ਤੁਹਾਡੀ ਸਹਾਇਤਾ ਕਰੇਗਾ। ਹੋਰ ਦੱਸੋ, ਗੁਰਬਾਣੀ ਤਾਂ ਝੂਠੀ ਨਹੀਂ ਹੈ। ਗੁਰਬਾਣੀ 'ਤੇ ਸ਼ੰਕਾ ਕਰਨਾ ਤਾਂ ਮੂਰਖਤਾ ਹੈ। ਗੁਰਬਾਣੀ ਇਹ ਕਹਿੰਦੇ ਜਿੱਥੇ ਵੀ ਤੁਸੀਂ ਰੱਬ ਨੂੰ ਯਾਦ ਕਰ, ਰੱਬ ਤੁਹਾਡੇ ਨਾਲ ਹੈ, ਤੁਹਾਡੇ ਦੋਸਤ ਬਣ ਕੇ ਤੁਹਾਡੀ ਸਹਾਇਤਾ ਕਰੇਗਾ। ਵਾਹਿਗੁਰੂ ਵਾਹਿਗੁਰੂ ਕਰੀਏ, ਰੱਬ ਨਾਲ ਹੀ ਹੈ। ਵਾਹਿਗੁਰੂ ਵਾਹਿਗੁਰੂ ਤੁਰਦੇ ਫਿਰਦੇ ਕੰਮ ਕਰੀ ਚਲੋ, ਵਾਹਿਗੁਰੂ ਨਾਲ ਹੀ ਹੈ। ਜਦੋਂ ਕਿਸੇ ਸਿੱਖ ਦੇ ਨਾਲ ਵਾਹਿਗੁਰੂ ਹੋਵੇ, ਸੰਸਾਰ ਦੀ ਸਭ ਤੋਂ ਵੱਡੀ ਤਾਕਤ ਨਾਲ ਹੋਵੇ, ਉਹਨੂੰ ਕੀ ਫਿਕਰ ਹੈ? ਉਹਨੂੰ ਕੀ ਫਿਕਰ? ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਆਪਣੀ ਭਜਨ ਬੰਦਗੀ ਨੂੰ ਰੋਜ਼ ਵਧਾਉਂਦੇ ਰਹੀਏ, ਅਤੇ ਫਿਰ ਉਹ ਮਹਾਂਪੁਰਖਾਂ ਦੀ ਗੱਲ ਸੱਚ ਹੋ ਜਾਏਗੀ ਕਿ ਜਿਉਂ-ਜਿਉਂ ਤੁਸੀਂ ਸਿਮਰਨ ਵਧਾਓਗੇ, ਤਿਉਂ-ਤਿਉਂ ਪਰਮਾਤਮਾ ਤੁਹਾਨੂੰ ਵੇਹਲ ਦੇਵੇਗਾ। ਪਰਮਾਤਮਾ ਤੁਹਾਡੇ ਕਾਰਜ ਰਾਸ ਕਰੇਗਾ, ਤੁਸੀਂ ਆਪੇ ਵਿਹਲੇ ਹੁੰਦੇ ਜਾਓਗੇ। ਜੋ ਕਾਰਜ ਰਾਸ ਹੋ ਗਿਆ, ਤੁਹਾਨੂੰ ਚਿੰਤਾ ਵੀ ਨਹੀਂ ਰਹੇਗੀ, ਤੁਹਾਨੂੰ ਚਿੰਤਾ ਵੀ ਨਹੀਂ ਰਹੇਗੀ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤ। ਦੇਖੋ ਲਿਖਿਆ ਬਾਣੀ 'ਚ, ਹੇ ਪਰਮਾਤਮਾ, ਜਿਹੜੇ ਵੀ ਤੇਰੀ ਭਜਨ ਬੰਦਗੀ ਕਰਦੇ ਹਨ, ਤੂੰ ਉਹਨਾਂ ਦੇ ਕਾਰਜ ਸਵਾਰ ਦਿੰਦਾ ਹੈ। ਤੇ ਕਾਰਜ ਹੀ ਸਵਾਰਨੇ ਨੇ। ਇਸ ਸਿਆਣੇ ਕਹਿੰਦੇ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਸਾਨੂੰ ਆਪਣੇ ਕਾਰਜ ਆਪ ਹੀ ਸਵਾਰਨੇ ਪੈਣੇ ਨੇ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। ਸਾਲ 2 ਸਾਲਾਂ ਬਾਅਦ ਆਪੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਹਾਂ, ਵਾਕਈ ਨਾਮ ਜਪਣਾ ਚਾਹੀਦਾ ਅਤੇ ਵੱਧ ਤੋਂ ਵੱਧ ਜਪਣਾ ਚਾਹੀਦਾ। ਸਤਿਕਾਰਯੋਗ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।